ਸਾਡੇ ਨਾਲ ਅੱਜ ਫੇਸਬੁੱਕ ਲਾਈਵ ਤੇ ਜੁੜੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਲੁਧਿਆਣੇ ਤੋਂ ਦੁਬਾਰਾ ਤੁਹਾਡੇ ਨਾਲ ਫੇਸਬੁੱਕ ਦੇ ਰਾਹੀਂ ਰੂਬਰੂ ਹੋ ਰਹੇ ਹਾਂ। ਤੁਹਾਨੂੰ ਅੱਜ ਜੋ ਕੋਵਿਡ-19 ਜੋ ਕੰਡੀਸ਼ਨ ਹੈਗੀ ਉਹਦੇ ਬਾਰੇ ਅਸੀਂ ਚਾਨਣਾ ਪਾਵਾਂਗੇ। ਸਾਡੇ ਨਾਲ ਜੁੜੇ ਹਨ DMC ਤੋਂ ਡਾਕਟਰ ਬਿਸ਼ਮ ਮੋਹਨ, ਡਾਕਟਰ ਜਯੇਸ਼ ਮਹਾਜਨ from DMC, ਡਾਕਟਰ ਮੈਰੀ ਜੌਨ from CMC, ਡਾਕਟਰ ਕਿਰਨ ਗਿੱਲ ਜੋ ਸਾਡੇ ਸਿਵਲ ਸਰਜਨ ਆਫਿਸ ਤੋਂ DIO ਨੇ, ਇਮਿਊਨਾਈਜੇਸ਼ਨ ਸਾਰੀ ਇਹ ਦੇਖਦੇ ਨੇ ਔਰ ਨੋਡਲ ਆਫਿਸਰ ਵੀ ਨੇ। ਤੋ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਕੋਵਿਡ ਦੀ ਸੈਕੰਡ ਜਾਂ ਥਰਡ ਵੇਵ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਸਾਡੇ ਵਿੱਚ ਆ ਚੁੱਕੀ ਹੈ ਔਰ ਬਹੁਤ ਸਾਰੇ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਖਦਸ਼ੇ ਵੀ ਨੇ, ਕੋਈ ਕੁਐਸਚਨ ਵੀ ਨੇ, ਉਹ ਵੀ ਅੱਜ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਤੁਹਾਡੇ ਕੁਐਸਚਨ ਸੁਣਾਂਗੇ, ਜਵਾਬ ਹੋਣਗੇ। ਸਾਡੇ ਡਾਕਟਰਸ ਆਏ ਹੋਏ ਨੇ ਔਰ ਇਹ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਸਾਡਾ ਵੈਕਸੀਨੇਸ਼ਨ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈਗਾ। ਅਸੀਂ ਬਹੁਤ ਸਾਰੇ ਜਿਹੜੇ ਵਰਗ ਹੈਗੇ ਨੇ ਉਹਨਾਂ ਨੂੰ ਅਸੀਂ ਇਨਕਲੂਡ ਕਰ ਲਿਆ ਹੈਗਾ। ਜਿਵੇਂ ਕਿ ਪਹਿਲਾਂ ਹੈਲਥ ਵਰਕਰ ਨੂੰ ਲੱਗਿਆ ਸੀਗਾ, ਉਸ ਤੋਂ ਬਾਅਦ ਫਰੰਟ ਲਾਈਨ ਵਰਕਰਸ ਨੂੰ ਲੱਗਿਆ ਸੀਗਾ, ਫਿਰ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ 60+ ਸੀਗੇ ਔਰ ਉਸ ਤੋਂ ਬਾਅਦ 45+ ਜੋ ਕੋਮੋਰਬਿਡ थे ਔਰ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਗਵਰਨਮੈਂਟ ਇੰਪਲਾਈਜ਼, ਜੱਜਿਸ, ਵਕੀਲ ਔਰ ਹੋਰ ਸਾਡੇ ਜਿਹੜੇ NGOs ਦੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਇਨਕਲੂਡ ਕੀਤਾ। ਅਤੇ DC ਸਾਹਿਬ ਬਾਰ-ਬਾਰ ਬੇਨਤੀ ਕਰਦੇ ਆ ਕਿ ਸਾਰੇ ਵੱਧ ਤੋਂ ਵੱਧ ਆਉਣ ਅਤੇ ਆਪਣਾ ਵੈਕਸੀਨੇਸ਼ਨ ਲਗਵਾਉਣ। ਅਤੇ ਜਿੱਥੇ ਤੱਕ ਸਾਡੇ ਹੌਸਪੀਟਲਾਂ ਦੀ ਸਿਚੁਏਸ਼ਨ ਹੈਗੀ ਆ, ਹੌਸਪੀਟਲ ਸਾਰੇ ਸਾਡੇ ਰੈਡੀ ਹੈਗੇ ਨੇ। ਸਾਡੇ ਪ੍ਰਾਈਵੇਟ ਹੌਸਪੀਟਲ ਜਾਂ ਟਰਸ਼ਰੀ ਕੇਅਰ ਖਾਸ ਕਰਕੇ ਉਹ ਬਹੁਤ ਯੋਗਦਾਨ ਪਾ ਰਹੇ ਹੈਗੇ ਆ ਅਤੇ ਜੋ ਹੌਸਪੀਟਲ ਦੇ ਵਿੱਚ ਬੈੱਡ ਦੀ ਪੋਜੀਸ਼ਨ ਆ ਉਹ ਕਾਫੀ ਕੰਫਰਟੇਬਲ ਹੈਗੀ ਹੈ। ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੋਵਿਡ ਜਿਹੜਾ ਹੈਗਾ, ਜਿਹੜੀ ਸਾਡੀ ਤੀਜੀ ਵੇਵ ਆ ਚੁੱਕੀ ਆ, ਇਹ ਤੋਂ ਬਚਣ ਲਈ ਆਪਣੇ ਉਪਰਾਲੇ ਕਰਨ, ਇਹ ਤੋਂ ਬਚਣ ਤਾਂ ਕਿ ਆਪਾਂ ਨੂੰ ਹੌਸਪੀਟਲ ਪਹੁੰਚਣ ਦੀ ਨੌਬਤ ਨਾ ਆਵੇ। ਔਰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਜੋ ਸਾਡੇ ਸੰਜੀਵਨੀ ਗਰੁੱਪ ਦੇ ਮੈਂਬਰਸ ਨੇ, ਡਾਕਟਰ ਜਯੇਸ਼ ਮਹਾਜਨ, ਉਹ ਜੋ ਕੋਵਿਡ ਦੀ ਸਿਚੁਏਸ਼ਨ 'ਚ ਚੱਲ ਰਹੀ ਆ ਉਹਦੇ ਬਾਰੇ ਤੁਹਾਨੂੰ ਚਾਨਣਾ ਪਾਉਣਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਾਂਗਾ ਜੀ। ਸਾਰਿਆਂ ਨੂੰ ਜਿਸ ਤਰ੍ਹਾਂ ਪਤਾ ਹੈ ਕਿ ਹੁਣ ਫਿਰ ਦੁਬਾਰਾ ਕੋਵਿਡ ਦੇ ਕੇਸਿਸ ਆਪਣੇ ਮੀਡੀਆ ਨੇ ਵੀ ਹਾਈਲਾਈਟ ਕੀਤਾ ਅਤੇ ਅਸੀਂ ਆਪਣੇ ਆਲੇ ਦੁਆਲੇ ਵੀ ਦੇਖਦੇ ਹਾਂ ਕਿ ਕੋਵਿਡ ਦੇ ਕੇਸਿਸ ਵੱਧ ਰਹੇ ਹੈ। ਜੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸਾਡੇ ਪਿਛਲੀ ਪੀਕ ਆਈ ਸੀ ਉਦੋਂ ਲੁਧਿਆਣਾ ਦੇ ਵਿੱਚ ਆਲਮੋਸਟ 500 ਕੇਸਿਸ ਡੇਲੀ ਆਉਣੇ ਸ਼ੁਰੂ ਹੋ ਗਏ ਸੀ, ਜਿਹੜਾ ਕਿ ਨੰਬਰ ਘਟ ਕੇ ਦਸੰਬਰ ਜਨਵਰੀ ਦੇ ਵਿੱਚ ਸਿਰਫ 30-35 ਕੇਸਿਸ ਡੇਲੀ ਦੇ ਪੋਜ਼ਿਟਿਵ ਰਹਿੰਦੇ ਸੀ। ਜੇ ਅਸੀਂ DMC ਦੀ ਗੱਲ ਕਰੀਏ ਤਾਂ ਸਾਡੇ ਕੋਲ ਸਿਰਫ 35 ਤੋਂ 40 ਮਰੀਜ਼ ਰਹਿ ਗਏ ਸੀਗੇ। ਪਿਛਲੇ 15 ਦਿਨਾਂ ਤੋਂ ਜਿਹੜਾ ਸਾਡਾ ਨੰਬਰ ਆ ਰਿਹਾ, ਅਸੀਂ ਡੇਲੀ ਦੇਖ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ 15% ਡੇਲੀ ਹਾਈਕ ਹੋ ਰਹੀ ਹੈ ਕੇਸਿਸ ਦੀ। ਇਹ ਕੇਸਿਸ ਕਿਹੜੇ ਆਉਂਦੇ ਪਏ ਹੈ ਕਿ ਜਿਹੜੇ ਉਹੀ ਹੈ ਪੇਸ਼ੈਂਟਸ ਕਿ ਜਿਹੜੇ ਕਿ ਸਾਹ ਦੀ ਤਕਲੀਫ ਦੇ ਨਾਲ ਸਾਡੇ ਕੋਲ ਆ ਰਹੇ ਹੈ। ਜਿਹੜਾ ਇੱਕ ਸਾਡੇ ਸਾਰਿਆਂ ਨੂੰ ਸੀਗਾ ਕਿ ਹਾਂ ਵੀ ਪੰਜਾਬ ਦੇ ਵਿੱਚ ਕੋਵਿਡ ਨਹੀਂ ਆਏਗਾ, ਲੋਕਾਂ ਨੇ ਪਹਿਲੀ ਵਾਰੀ ਵੀ ਦੇਖਿਆ ਅਤੇ ਹੁਣ ਦੂਸਰੀ ਵਾਰੀ ਫੇਰ ਦੇਖ ਰਹੇ ਹੈ ਕਿ ਜਿਹੜਾ ਅਸੀਂ ਇੱਕ ਚੀਜ਼ ਡਿਫਰੈਂਟ ਦੇਖੀ ਹੈ ਕਿ ਮਰੀਜ਼ ਕਾਫੀ ਸੀਰੀਅਸ ਹਾਲਤ 'ਚ ਆਉਂਦੇ ਪਏ ਹੈ। ਜਿਹੜੇ ਸਾਡੇ ਕੋਲ ਮਰੀਜ਼ ਪਹੁੰਚਦੇ ਆ ਕਿ ਉਹਨਾਂ ਦੀ ਆਕਸੀਜਨ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਅਤੇ ਹਾਈ ਫਲੋ ਆਕਸੀਜਨ ਦੇ ਲਗਾਉਣ ਦੇ ਬਾਵਜੂਦ ਵੀ ਉਹਨਾਂ ਦੀ ਆਕਸੀਜਨ ਪੂਰੀ ਨਹੀਂ ਹੁੰਦੀ, ਜਿਸ ਕਰਕੇ ਕਿ ਸਾਨੂੰ ਉਹਨਾਂ ਨੂੰ ਨਾਨ ਇਨਵੇਸਿਵ ਵੈਂਟੀਲੇਟਰਸ ਜਾਂ ਇਨਵੇਸਿਵ ਵੈਂਟੀਲੇਟਰਸ ਦੇ ਨਾਲ ਜਿਹੜੀਆਂ ਸਾਨੂੰ ਐਕਸਪੈਰੀਮੈਂਟਲ ਡਰੱਗਸ ਹੈਗੀਆਂ ਉਹ ਯੂਜ਼ ਕਰਨੀਆਂ ਪੈ ਰਹੀਆਂ। ਜੇ ਇਹੋ ਹੀ ਕੰਡੀਸ਼ਨ ਰਹੇਗੀ ਅਤੇ ਜੇ ਨੰਬਰ ਆਫ ਕੇਸਿਸ ਵੱਧਦੇ ਰਹਿਣਗੇ ਤਾਂ ਉਹਦੇ ਨਾਲ ਉਨੀ ਹੀ ਮੋਰਟੈਲਿਟੀ ਵੱਧ ਜਾਂਦੀ ਹੈ, ਜਿਸ ਕਰਕੇ ਕਈ ਵਾਰੀ ਲੋਕਾਂ ਨੂੰ ਗੁੱਸਾ ਜਿਹੜਾ ਹੁੰਦਾ ਹੈ ਹਸਪਤਾਲਾਂ 'ਤੇ, ਡਾਕਟਰਸ 'ਤੇ, ਐਡਮਿਨਿਸਟ੍ਰੇਸ਼ਨ ਦੇ ਉੱਤੇ ਹੋ ਜਾਂਦਾ ਹੈ। ਜਿਹੜੀ ਇੱਕ ਚੀਜ਼ ਸਭ ਨੂੰ ਪਤਾ ਹੈ ਕਿ ਕੋਵਿਡ ਨੂੰ ਸਿਰਫ ਰੋਕਿਆ ਜਾ ਸਕਦਾ ਹੈ, ਉਹਦੇ ਵਾਸਤੇ ਸਾਨੂੰ ਆਪਣੀਆਂ ਹੀ ਪ੍ਰੀਕਾਸ਼ਨਸ ਲੈਣੀਆਂ ਪੈਣੀਆਂ, ਜਿਹਦੇ ਬਾਰੇ ਕਿ ADC ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਹਾਈਲਾਈਟ ਕੀਤਾ ਹੈਗਾ। ਪਲੱਸ ਜਿਹੜੀ ਵੈਕਸੀਨੇਸ਼ਨ ਹੈ, ਸਾਡੀ ਲੋਕਾਂ ਨੂੰ ਇੱਕ ਸਿੰਪਲ ਬੇਨਤੀ ਹੈ ਕਿ ਆਪਣਾ ਮਾਸਕ, ਸੋਸ਼ਲ ਡਿਸਟੈਂਸਿੰਗ ਅਤੇ ਫਾਲਤੂ ਦਾ ਆਲੇ ਦੁਆਲੇ ਘੁੰਮਣਾ ਉਹਨੂੰ ਰਿਸਟ੍ਰਿਕਟ ਕਰਕੇ ਰੱਖਣ। ਅਤੇ ਜੇ ਕਿਸੇ ਨੂੰ ਕੋਵਿਡ ਦੇ ਲੱਛਣ ਆਉਂਦੇ ਆ ਜਿਹਦੇ 'ਚ ਕਿ ਖਾਂਸੀ, ਬੁਖਾਰ, ਸਾਹ ਦੀ ਤਕਲੀਫ, ਜਾਂ ਜੇ ਘਰਾਂ 'ਚ ਲੋਕਾਂ ਨੇ ਆਪਣੇ ਆਕਸੀਜਨ ਪਲਸ ਆਕਸੀਮੀਟਰ ਰੱਖੇ ਜੇ ਘਟਦੀ ਹੈ ਅਤੇ ਇਮੀਡੀਏਟ ਮੈਡੀਕਲ ਹੈਲਪਲਾਈਨ, ਇਸ ਚੀਜ਼ ਦਾ ਇੰਤਜ਼ਾਰ ਨਾ ਕਰੋ ਕਿ ਹਾਂ ਬਈ ਅਸੀਂ ਕੋਈ ਨਹੀਂ ਘਰੇ ਬੈਠ ਕੇ ਸਟੀਰੋਇਡ ਲੈ ਲਈਏ ਅਤੇ ਅਸੀਂ ਕੋਈ ਗੱਲ ਨਹੀਂ ਠੀਕ ਹੋ ਜਾਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਹੌਸਪੀਟਲ ਜਾਵਾਂਗੇ, ਕਿਉਂਕਿ ਉਹਦੇ 'ਚ ਅਸੀਂ ਬਹੁਤ ਜਿਹੜਾ ਅਹਿਮੀਅਤ ਸਮਾਂ ਜਿਹੜਾ ਹੁੰਦਾ, ਜਿਹੜਾ ਸਾਡਾ ਜ਼ਰੂਰੀ ਹੁੰਦਾ ਸਮਾਂ, ਉਹ ਅਸੀਂ ਖੋ ਦਿੰਦੇ ਹਾਂ ਅਤੇ ਉਹਦੇ 'ਚ ਉਸ ਤੋਂ ਬਾਅਦ ਹੌਸਪੀਟਲ 'ਚ ਬੜੀ ਸੀਰੀਅਸ ਹਾਲਤ 'ਚ ਪਹੁੰਚਦੇ ਹਾਂ। ਇਸ ਤੋਂ ਬਾਅਦ ਹੁਣ ਮੈਂ ਡਾਕਟਰ ਬਿਸ਼ਮ ਮੋਹਨ ਨੂੰ ਕਹਾਂਗਾ ਕਿ ਜਿਹੜੇ ਸਾਡੇ ਪੇਸ਼ੈਂਟਸ ਆ ਰਹੇ ਹੈ ਕਿ ਉਹਨਾਂ ਦਾ ਕੀ ਏਜ ਗਰੁੱਪ ਕੀ ਹੈਗਾ, ਉਹਦੇ ਬਾਰੇ ਉਹ ਹਾਈਲਾਈਟ ਕਰ।
ਨਮਸਕਾਰ। ਜਿੱਦਾਂ ਕਿ ਅਸੀਂ ਸੰਜੀਵਨੀ ਗਰੁੱਪ ਨਾਲ ਹਮੇਸ਼ਾ ਪਿਛਲੇ ਸਾਲ ਤੋਂ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਅਤੇ ਹਰ ਹਫਤੇ ਉਦੋਂ ਅਸੀਂ ਕੋਵਿਡ ਬਾਰੇ ਡਿਸਕਸ ਕਰ ਰਹੇ ਸੀ ਅਤੇ ਉਹਦੀਆਂ ਕੰਪਲੀਕੇਸ਼ਨ ਟਰੀਟਮੈਂਟ ਬਾਰੇ। ਪਰ ਹੁਣ ਸਾਨੂੰ ਦੁਬਾਰਾ ਫੇਰ ਆਉਣਾ ਪਿਆ ਕਾਫੀ ਦੇਰ ਤੋਂ ਬਾਅਦ। ਉਹਦਾ ਕਾਰਨ ਹੈ ਕਿ ਜਿਹੜੀ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੀ ਸੈਕਿੰਡ ਵੇਵ ਹੈ ਉਹ ਆਲਮੋਸਟ ਆ ਗਈ ਹੈ ਅਤੇ ਪੀਕ ਹੋਣ ਦੀ ਵੱਲ ਜਾ ਰਹੀ ਹੈ। ਅਤੇ ਜਿਹੜੇ ਕੇਸਿਸ ਨੇ ਉਹ ਇੰਨੇ ਜ਼ਿਆਦਾ ਸੀ, ਹੁਣ 4-5 ਗੁਣਾ ਵੱਧ ਗਏ ਨੇ ਪਿਛਲੇ 2-3 ਹਫ਼ਤਿਆਂ ਤੋਂ। ਇਹਦੇ ਵਿੱਚ ਕੁਝ ਅਸੀਂ ਪਹਿਲੀ ਵੇਵ ਅਤੇ ਹੁਣ ਦੀ ਵੇਵ 'ਚ ਫ਼ਰਕ ਦੇਖਿਆ। ਪਹਿਲਾ ਫ਼ਰਕ ਤਾਂ ਇਹ ਹੈਗਾ ਕਿ ਇਹ ਜਿਹੜਾ ਨਵੀਂ ਵੇਵ ਆਈ ਹੈ ਇਹਦੇ ਵਿੱਚ ਇਨਫੈਕਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਫੈਲਦੀ ਹੈ, ਕਿ ਜਦੋਂ ਵੀ ਪੇਸ਼ੈਂਟ ਇਹ ਜ਼ਿਆਦਾ ਇਨਫੈਕਸ਼ੀਅਸ ਹੈ ਕਿ ਇਹਦੀ ਜਿਹੜੀ ਲਾਗ ਹੈਗੀ ਹੈ, ਜੇ ਇੱਕ ਫੈਮਿਲੀ 'ਚ ਇੱਕ ਨੂੰ ਹੈ ਤਾਂ ਸਾਰੀ ਫੈਮਿਲੀ ਦੀ ਫੈਮਿਲੀ ਇਹਦੇ ਵਿੱਚ ਇਨਵੋਲਵ ਹੋ ਜਾਂਦੀ ਹੈ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਜਿਹੜੀ ਦੂਸਰੀ ਚੀਜ਼ ਹੈਗੀ ਹੈ ਇਹਦੇ ਵਿੱਚ ਕਿ ਜਿਹੜੇ ਯੰਗ ਜਨਰੇਸ਼ਨ ਹੈ, ਪਿਛਲੀ ਵਾਰ ਜਿਹੜੀ ਵੇਵ ਸੀ ਉਹਦੇ ਵਿੱਚ ਜਿਹੜੇ 60 ਜਾਂ 60 ਸਾਲ ਤੋਂ ਬਾਅਦ ਜਿਹੜੇ ਲੋਕ ਸੀਗੇ ਜਾਂ ਐਲਡਰਲੀ ਸੀਗੇ ਉਹ ਜ਼ਿਆਦਾ ਇਨਵੋਲਵ ਸੀ। ਪਰ ਜਿਹੜੀ ਹੁਣ ਸੈਕਿੰਡ ਵੇਵ ਆਈ ਹੈ ਇਹਦੇ ਵਿੱਚ ਜਿਹੜੇ ਯੰਗਸਟਰਸ ਨੇ ਜਿਹੜੇ ਕਿ 60 ਸਾਲ ਤੋਂ ਘੱਟ ਹੈ, 40 to 45% ਆਮ ਅਸੀਂ ਹਸਪੀਟਲ ਦੇ ਸਰਵੇ ਕੀਤੇ ਆ ਪੰਜਾਬ ਦੇ, ਅੱਧੇ ਬੰਦੇ ਜਿਹੜੇ ਨੇ ਯੰਗ ਨੇ ਅਤੇ ਅੱਧੇ ਬੰਦੇ ਓਲਡ ਹੈ। ਸੋ ਇਹ ਮਾੜੀ ਗੱਲ ਹੈ। ਔਰ ਕੁਝ ਬੰਦੇ ਅਨਫੋਰਚੂਨੇਟਲੀ ਉਹ ਵੀ ਆ ਰਹੇ ਨੇ ਕਿ ਜਿਨ੍ਹਾਂ ਨੂੰ ਕੋਵਿਡ ਤਾਂ ਹੋਇਆ ਅਤੇ ਉਹ ਸਾਡੇ ਕੋਲ ਲੇਟ ਆਏ ਯੰਗ ਬੰਦੇ, ਅਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਜ਼ਿਆਦਾ ਵਿਗੜੀ ਹੋਈ ਆਈ ਅਤੇ ਉਹਨਾਂ ਦੀ ਜਿਹੜੀ ਆਕਸੀਜਨ ਸੈਚੂਰੇਸ਼ਨ ਹੈ ਉਹ ਘੱਟ ਆਈ, ਉਹ ਤਾਂ ਸੀਰੀਅਸ ਆਈ। ਸੋ ਕਹਿਣ ਦਾ ਭਾਵ ਹੈ ਕਿ ਆਮ ਤੌਰ 'ਤੇ ਜਿਹੜੀ ਸੈਕਿੰਡ ਵੇਵ ਹੈ ਵਰਲਡ ਦੇ ਵਿੱਚ ਉਹ ਲਾਈਟ ਆਉਂਦੀ ਹੈ, ਘੱਟ ਕੰਪਲੀਕੇਸ਼ਨ ਵਾਲੀ ਆਉਂਦੀ ਹੈ। ਬਟ ਅਨਫੋਰਚੂਨੇਟਲੀ ਮਹਾਰਾਸ਼ਟਰ ਅਤੇ ਪੰਜਾਬ ਦੇ ਵਿੱਚ ਜਿਹੜੀ ਸੈਕਿੰਡ ਵੇਵ ਆਈ ਹੈ ਉਹ ਜ਼ਿਆਦਾ ਸੀਰੀਅਸ ਵਾਲੀ ਆਈ ਹੈ। ਸੋ ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਹਾਂ, ਆਪਾਂ ਨੂੰ ਇਸ ਚੀਜ਼ ਬਾਰੇ ਜਿਹੜੇ ਪਰਹੇਜ਼ ਨੇ, ਜਿਹੜੀਆਂ ਪ੍ਰੀਵੈਂਸ਼ਨ ਦੇ ਮੇਜਰ ਤੁਹਾਨੂੰ ਦੱਸੇ ਗਏ ਨੇ, ਉਹਨੂੰ ਕੰਟੀਨਿਊ ਲਾਗੂ ਕਰਨੇ ਚਾਹੀਦੇ ਹੈ। ਜਿਹੜੇ ਲੋਕਾਂ ਨੂੰ ਗਲਤਫਹਿਮੀ ਸੀ ਕੁਝ ਮਹੀਨੇ ਪਹਿਲਾਂ ਤੱਕ ਕਿ ਕਰੋਨਾ ਕੁਝ ਥਾ ਹੀ ਨਹੀਂ, ਕੁਝ ਨਹੀਂ ਹੈ, ਉਹਨਾਂ ਲੋਕਾਂ ਨੂੰ ਵੀ ਹੁਣ ਸਮਝਣਾ ਚਾਹੀਦਾ, ਕਿਉਂਕਿ ਕਮ ਸੇ ਕਮ ਅਸੀਂ 6000 ਆਪਣੇ ਜਿਹੜੇ ਬੰਦੇ ਨੇ, ਆਪਣੇ ਬਜ਼ੁਰਗ ਹੈ ਅਤੇ ਯੰਗਸਟਰਸ ਨੇ, ਉਹ ਲੋਸ ਕਰ ਚੁੱਕੇ ਹਾਂ ਪੰਜਾਬ ਦੇ ਵਿੱਚ 1 ਸਾਲ 'ਚ। ਅਤੇ ਪਿਛਲੇ ਮਹੀਨੇ ਦੀਆਂ ਅਗਰ ਮੌਤਾਂ ਬਾਰੇ ਦੇਖਿਆ ਜਾਏ ਤਾਂ ਅਸੀਂ ਕਮ ਸੇ ਕਮ 500 ਬੰਦਾ ਜਿਹੜਾ ਹੈਗਾ ਲੋਸ ਕਰ ਰਹੇ ਹਾਂ, ਅਤੇ ਜਿਹੜੀ ਡੈਥਸ ਹੈ ਉਹ ਘਟੀ ਨਹੀਂ ਹੈਗੀ। ਸੋ ਸਾਨੂੰ ਬਹੁਤ ਜ਼ਿਆਦਾ ਚੁਕੰਨੇ ਰਹਿਣਾ ਚਾਹੀਦਾ ਹੈ। ਜਦੋਂ ਸਾਡੇ ਸਿੰਪਟਮ ਹੋਣ ਜਲਦੀ ਟੈਸਟਿੰਗ ਕਰਾਉਣੀ ਚਾਹੀਦੀ ਹੈ, ਆਪਣੇ ਆਪ ਨੂੰ ਆਈਸੋਲੇਟ ਰੱਖੋ, ਅਤੇ ਜਿਨ੍ਹਾਂ ਦੀ ਸੈਚੂਰੇਸ਼ਨ ਘੱਟ ਹੈ, ਜਿਨ੍ਹਾਂ ਨੂੰ ਕੋਮੋਰਬਿਡਿਟੀ ਹੈ, ਉਹਨਾਂ ਨੂੰ ਡਾਕਟਰ ਕੋਲੇ ਜਾ ਕੇ ਦਿਖਾਉਣਾ ਚਾਹੀਦਾ। ਸਭ ਜਗ੍ਹਾ 'ਤੇ ਫਲੂ ਕਾਰਨਰ ਬਣੇ ਨੇ, ਤੁਹਾਨੂੰ ਕੋਈ ਵੀ ਡਾਕਟਰ ਦੇਖ ਸਕਦੇ ਨੇ। ਸੋ ਇਹ ਵਾਲੀ ਇਸ਼ੂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਜਿਹੜਾ ਇੱਕ ਸਵਾਲ ਸਾਡੇ ਕੋਲੇ ਹੋਰ ਆ ਰਿਹਾ ਸੀ ਕਿ ਆਪਾਂ ਕੀ ਪਰਹੇਜ਼ ਰੱਖੀਏ, ਉਹ ਮਾਸਕ। 1 ਸਾਲ ਤੋਂ ਅਸੀਂ ਇੱਕੋ ਹੀ ਚੀਜ਼ ਦੇਖੀ ਹੈ, ਸਾਡੇ ਕੋਲੇ 2 ਮੇਨ ਹਥਿਆਰ ਬਣ ਚੁੱਕੇ ਨੇ। ਇੱਕ ਤਾਂ ਮਾਸਕ ਹੈ, ਜਿਹੜੇ ਲੋਕਾਂ ਨੇ ਅਸੀਂ ਦੇਖਿਆ ਮਾਸਕ ਪਾਇਆ ਉਹਨਾਂ ਨੂੰ ਕੋਵਿਡ ਨਹੀਂ ਹੋਇਆ। ਸਾਡੇ ਜਿਹੜੇ ਹੈਲਥ ਕੇਅਰ ਵਰਕਰ ਵੀ ਹੈ, ਜਿਹੜੇ ਕੋਵਿਡ 'ਚ ਕੰਮ ਕਰਦੇ ਸੀ, ਜਿਨ੍ਹਾਂ ਨੇ ਪ੍ਰੋਪਰ ਮਾਸਕ ਔਰ ਸਾਰੀ ਚੀਜ਼ ਪਾਈ, ਉਹਨਾਂ ਨੂੰ ਕੋਈ ਕੰਪਲੀਕੇਸ਼ਨ ਨਹੀਂ ਆਈ। ਸਾਡੇ ਜਾਣ ਪਹਿਚਾਣ ਦੇ ਜਾਂ ਮਰੀਜ਼ ਵੀ ਸੀਗੇ। ਜਿਨ੍ਹਾਂ ਨੇ ਵੀ ਅਣਗਹਿਲੀ ਕੀਤੀ, ਜਦੋਂ ਕਿਸੇ ਗਰੁੱਪ 'ਚ ਬੈਠ ਕੇ ਇਕੱਠੇ 5-7 ਬੰਦਿਆਂ ਨੇ ਚਾਹ ਪੀਤੀ ਹੈ ਸੋਚ ਕੇ ਵੀ ਯਾਰ ਇਹਨੂੰ ਤਾਂ ਸਿੰਪਟਮ ਹੀ ਨਹੀਂ ਹੈਗੇ, ਚਲੋ ਆਪਾਂ ਇਕੱਠੇ ਚਾਹ ਪੀ ਲੈਂਦੇ ਹਾਂ, ਜਦੋਂ ਵੀ 20 ਮਿੰਟ ਤੋਂ ਜ਼ਿਆਦਾ ਬੈਠੇ ਅਤੇ ਕਿਸੇ ਨੂੰ ਏਸਿਮਟੋਮੈਟਿਕ ਪੇਸ਼ੈਂਟ ਵੀ ਸੀ, ਉਹਨੂੰ ਇੱਕ ਦੂਸਰੇ ਤੋਂ ਕੋਵਿਡ ਹੋਇਆ ਅਤੇ ਕੋਵਿਡ ਦੀ ਚੇਨ ਇਹ ਵੱਧਦੀ ਗਈ ਇਸ ਸਾਲ 'ਚ। ਕਿ ਇਹ ਹੁਣ ਸੈਕਿੰਡ ਵੇਵ ਜਿਹੜੀ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਭਿਅੰਕਰ ਲੱਗ ਰਹੀ ਹੈ, ਉਹ ਸਾਡੇ ਸਾਹਮਣੇ ਹੈਗੀ ਹੈ। ਸੋ ਦੂਸਰੀ ਜਿਹੜਾ ਹਥਿਆਰ ਆਪਣੇ ਕੋਲ ਹੈ ਉਹ ਵੈਕਸੀਨੇਸ਼ਨ ਹੈਗਾ, ਕਿਉਂਕਿ ਮਾਸਕ ਆਪਾਂ ਨੂੰ ਬਚਾਉਂਦਾ ਇੱਕ ਦੂਜੇ ਤੋਂ ਜਿਹੜੀ ਇਨਫੈਕਸ਼ਨ ਹੈ ਉਹ ਤੋਂ, ਅਤੇ ਦੂਸਰੇ ਤੋਂ ਸਾਡੇ ਕੋਲੋਂ ਇਨਫੈਕਸ਼ਨ ਆਉਣ 'ਤੇ। ਸੋ ਇਹ ਬਹੁਤ ਇੰਪੋਰਟੈਂਟ ਹਥਿਆਰ ਹੈ। ਦੂਸਰਾ ਹੁਣ ਜੋ ਸਾਡੇ ਕੋਲੇ ਪਹਿਲਾਂ ਨਹੀਂ ਸੀ, ਜੋ ਹੁਣ ਸਾਡੇ ਕੋਲੇ ਅਵੇਲੇਬਲ ਹੋ ਗਿਆ, ਉਹ ਵੈਕਸੀਨੇਸ਼ਨ ਹੈ। ਤੁਸੀਂ ਸੁਣਿਆ ਹੋਗਾ ਡਾਕਟਰ ਸਾਹਿਬ ਤੋਂ ਵੀ ਕਿ 60 ਈਅਰ ਤੋਂ ਬਾਅਦ ਸਾਰੇ ਬੰਦਿਆਂ ਨੂੰ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ। ਲੋਕਾਂ ਦੇ ਮਨ ਵਿੱਚ ਕੁਝ ਦਿਮਾਗ ਵਿੱਚ ਸੀਗਾ ਕਿ ਜੀ ਖੂਨ ਪਤਲੇ ਵਾਲੀ ਦਵਾਈ ਚੱਲ ਰਹੀ ਹੈ, ਹਾਰਟ ਦੇ ਪੇਸ਼ੈਂਟ ਹੈ, ਅਧਰੰਗ ਦੇ ਪੇਸ਼ੈਂਟ ਹੈ, ਬਲਕਿ ਇਹਨਾਂ ਲੋਕਾਂ ਨੂੰ ਤਾਂ ਜ਼ਿਆਦਾ ਲਗਵਾਉਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦਾ ਰਿਸਕ ਜਿਹੜਾ ਕੋਵਿਡ ਜੇ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਹੈ। ਇਹ ਸੋਚਣਾ ਕਿ ਜੀ ਕੋਵਿਡ ਤੋਂ ਬਾਅਦ, ਵੈਕਸੀਨੇਸ਼ਨ ਤੋਂ ਬਾਅਦ ਸਾਨੂੰ ਕੋਵਿਡ ਨਹੀਂ ਹੋਏਗਾ, ਇਹ ਬਿਲਕੁਲ ਸਹੀ ਨਹੀਂ ਹੈ। 10 ਤੋਂ 15% ਲੋਕਾਂ ਨੂੰ ਫਿਰ ਵੀ ਹੋ ਸਕਦਾ, ਪਰੰਤੂ ਇਹ ਯਾਦ ਰੱਖੋ ਕਿ ਜਿਹੜੇ ਹਾਈ ਰਿਸਕ ਪੇਸ਼ੈਂਟ ਹੈ, ਜੇ ਇਹਨਾਂ ਨੂੰ ਕੋਵਿਡ ਹੁੰਦਾ ਤਾਂ ਇਹਨਾਂ ਨੂੰ 70% ਨੂੰ ਇਹਨਾਂ ਨੂੰ ਲਾਈਫ ਦਾ ਰਿਸਕ ਹੁੰਦਾ। ਪਰ ਜੇ ਅਸੀਂ ਵੈਕਸੀਨੇਸ਼ਨ ਲਗਾਈ ਹੋਵੇ, 2 ਵੈਕਸੀਨ ਤੁਹਾਡੇ ਲੱਗੇ ਹੋਣ, ਜੇ ਖੁਦਾ ਨਾ ਖਾਸਤਾ ਕਿਸੇ ਨੂੰ ਕੋਵਿਡ ਹੋ ਜਾਂਦਾ ਤਾਂ ਜਿਹੜੀ ਉਹਦੀ ਸਵੈਰਿਟੀ ਹੈ ਬਹੁਤ ਮਿਨੀਮਮ ਹੈ। ਹਾਰਡਲੀ ਜਿੰਨੇ ਵੀ ਕੇਸ ਇੰਡੀਆ ਦੇ ਵਿੱਚ ਆਏ ਆ, ਕੋਈ 150 ਦੇ ਕੇਸ ਆਏ ਆ ਜਿਨ੍ਹਾਂ ਨੂੰ ਕੋਵਿਡ ਹੋਇਆ ਵੈਕਸੀਨੇਸ਼ਨ ਤੋਂ ਬਾਅਦ, ਕਿਸੇ ਵੀ ਮਰੀਜ਼ ਨੂੰ ਹੌਸਪਿਟਲਾਈਜੇਸ਼ਨ ਦੀ ਲੋੜ ਨਹੀਂ ਪਈ। ਸੋ ਇਹ ਗੱਲ ਯਾਦ ਰੱਖੋ ਕਿ ਇੱਕ ਵੈਕਸੀਨੇਸ਼ਨ ਸਾਡੇ ਲਈ ਇੱਕ ਸੀਟ ਬੈਲਟ ਦੀ ਤਰ੍ਹਾਂ ਹੈ, ਜਿਹੜਾ ਕਿ ਸਾਨੂੰ ਸੀਰੀਅਸ ਚੀਜ਼ ਤੋਂ ਬਚਾ ਕੇ ਰੱਖੇਗਾ। ਦੂਸਰਾ, ਕੁਝ ਲੋਕ ਪੁੱਛਦੇ ਆ ਕਿ ਜੋ ਲੋਕਾਂ ਦੇ ਮਨ ਵਿੱਚ ਕੁਝ ਅਫਵਾਹਾਂ ਸੀਗੀਆਂ ਵੈਕਸੀਨ ਦੇ ਬਾਰੇ ਕਿ ਜੀ ਇਹ ਕਲੌਟ ਬਣਾ ਦਿੰਦੀ ਹੈ, ਇਹ ਕੁਝ ਹੋਰ ਕਰ ਦਿੰਦੀ ਹੈ, ਅਧਰੰਗ ਕਰ ਦਿੰਦੀ ਹੈ, ਉਹ ਬਿਲਕੁਲ ਗਲਤ ਹੈ। ਕਿਉਂਕਿ ਹੁਣ ਤੱਕ ਪੰਜਾਬ 'ਚ ਸਾਡੇ ਕੋਲੇ ਬਹੁਤ ਜ਼ਿਆਦਾ ਐਕਸਪੀਰੀਅੰਸ ਹੋ ਗਿਆ। ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਇਹਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਜਿਹੜਾ ਸਾਈਡ ਇਫੈਕਟ ਹੈ ਬਿਲਕੁਲ ਮਿਨੀਮਮ ਹੈ। ਜਿਹੜਾ ਕਾਮਨੈਸਟ ਸਾਈਡ ਇਫੈਕਟ ਅਸੀਂ ਪਾਇਆ ਹੈ ਹਰ ਇੱਕ 10ਵੇਂ ਬੰਦੇ ਨੂੰ, ਉਹ ਥੋੜ੍ਹਾ ਜਿਹਾ ਇੱਥੇ ਥੋੜ੍ਹੀ ਜਿਹੀ ਪੇਨ ਹੁੰਦੀ ਹੈ, ਜਾਂ ਇੱਕ ਅੱਧੀ ਵਾਰ ਜਿਹੜਾ ਬੁਖਾਰ ਹੈਗਾ ਉਹ ਹੋ ਜਾਂਦਾ ਹੈਗਾ। ਉਹ ਕਰੋਸਿਨ ਦੇ ਨਾਲ 99% ਲੋਕਾਂ ਨੂੰ ਉਹਦਾ ਇੰਪਰੂਵ ਹੋ ਜਾਂਦਾ, ਅਤੇ 2 ਜਾਂ 3 ਦਿਨਾਂ ਤੋਂ ਬਾਅਦ ਡੈਫੀਨੇਟਲੀ ਸਾਰੇ ਠੀਕ ਹੋ ਜਾਂਦੇ ਆ। ਤੁਸੀਂ ਦੇਖੋ ਕਿ ਅਸੀਂ ਸਾਰੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੇ ਜਿਹੜੀ ਵੈਕਸੀਨ ਹੈਗੀ ਹੈ
ਉਹ ਸਾਰਿਆਂ ਨੇ ਲਗਵਾਈ ਹੋਈ ਹੈ ਤੇ ਅਸੀਂ ਸਾਰੇ ਜਿਹੜੇ ਹੈਗੇ ਆ ਬਿਲਕੁਲ ਏਸਿਮਟੋਮੈਟਿਕ ਆ। ਕੁਝ ਸਵਾਲ ਜੋ ਮੈਨੂੰ ਆਏ ਸੀਗੇ, ਸਾਈਡ ਇਫੈਕਟ ਆਫ ਵੈਕਸੀਨ ਕੀ ਹੈਗੀ। ਜਿਹੜੀ ਵੈਕਸੀਨ ਹੈਗੀ ਆ ਉਹਦੇ ਸਾਈਡ ਇਫੈਕਟ ਮੈਂ ਤੁਹਾਨੂੰ ਦੱਸਿਆ ਕਿ ਸੀਰੀਅਸ ਸਾਈਡ ਇਫੈਕਟ ਜਿਹੜੇ ਹੁੰਦੇ ਨੇ, ਜਿੱਦਾਂ ਕਿ ਪਹਿਲਾਂ ਲੋਕ ਕਹਿੰਦੇ ਸੀ ਅਧਰੰਗ ਹੋ ਜਾਂਦਾ ਹੈ, ਕਲੌਟ ਆ ਜਾਂਦਾ ਹੈ, ਹਾਰਟ ਅਟੈਕ ਹੋ ਜਾਂਦਾ, ਉਹ ਬਿਲਕੁਲ ਨਹੀਂ ਹੈ। ਅੱਜ ਤੱਕ ਇੱਕ ਵੀ ਇਸ ਤਰ੍ਹਾਂ ਦਾ ਐਡਵਰਸ ਇਫੈਕਟ ਇੰਡੀਆ ਦੇ ਵਿੱਚੋਂ, ਭਾਰਤ ਦੇ ਵਿੱਚੋਂ ਜਿੱਥੇ ਕਿ ਕਰੋਨਾ ਵੈਕਸੀਨ ਲੱਗੇ, ਉਹ ਨਹੀਂ ਪਾਇਆ ਗਿਆ। ਜਿਹੜੇ ਮਾਈਲਡ ਸਾਈਡ ਇਫੈਕਟ ਆ ਉਹ ਕਿਸੇ ਵੀ ਵੈਕਸੀਨ ਜਿਹੜੇ ਅਸੀਂ ਲਗਾਉਂਦੇ ਆ ਉਹਦੇ ਵਿੱਚ ਹੁੰਦੇ ਆ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਥੋੜ੍ਹਾ ਜਿਹਾ ਦਰਦ ਹੋਣਾ ਜਾਂ ਬੁਖਾਰ ਹੋਣਾ। ਸੋ ਇਹੀ ਸਾਈਡ ਇਫੈਕਟ ਹੈ। ਰੇਅਰਲੀ 1 ਲੱਖ ਦੇ ਵਿੱਚੋਂ ਇੱਕ ਨੂੰ ਕੋਈ ਨਿਊਰੋਲੋਜੀਕਲ ਕੁਝ ਪ੍ਰੋਬਲਮ ਹੋਈ, 1-2 ਬੰਦਿਆਂ ਨੂੰ, ਜਿਹੜੀ ਕਿ ਸੈਲਫ ਲਿਮਟਿਡ ਹੈ ਜਾਂ ਰਿਕਵਰ ਹੋ ਗਈ। ਸੋ ਇਸ ਕਰਕੇ ਇਟ ਇਜ਼ ਸੇਫ, ਇਟ ਇਜ਼ ਸੇਫ ਫॉर एवरीवन, ਇਟ ਇਜ਼ ਸੇਫ ਫॉर ਹਾਰਟ ਪੇਸ਼ੈਂਟ, ਇਟ ਇਜ਼ ਸੇਫ ਉਹਨਾਂ ਵਾਸਤੇ ਵੀ ਜਿਹੜੇ ਬਲੱਡ ਥਿਨਰ ਲੈ ਰਹੇ ਨੇ, ਖੂਨ ਪਤਲੇ ਦੀ ਦਵਾਈ ਲੈ ਰਹੇ ਆ, ਉਹਨਾਂ ਨੂੰ ਖੂਨ ਪਤਲੇ ਦੀ ਦਵਾਈ ਬੰਦ ਕਰਨਾ ਬਿਲਕੁਲ ਨਹੀਂ ਚਾਹੀਦੀ ਤੇ ਉਹਨਾਂ ਨੂੰ ਆਪਣੀ ਦਵਾਈ ਕੰਟੀਨਿਊ ਕਰਨੀ ਚਾਹੀਦੀ ਹੈ। ਦੂਸਰਾ ਮੈਨੂੰ ਇੱਕ ਕੁਐਸਚਨ ਆਇਆ ਸੀਗਾ ਕਿ ਜੋ ਓਕੇ ਸ਼ਵਿੰਦਰ ਸਿੰਘ ਜੀ ਨੇ ਸਾਈਡ ਇਫੈਕਟ ਮੈਥੋਂ ਪੁੱਛਿਆ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਵੈਕਸੀਨ ਹੈਗੇ ਟੈਸਟ ਆਪਣਾ 3 ਵਾਰੀ ਕਰਾਇਆ ਬਟ ਰਿਪੋਰਟ ਨਹੀਂ ਮਿਲੀ। ਇਹਦੇ ਬਾਰੇ ਜਿਹੜਾ ਇਹਦਾ ਜਵਾਬ ਹੈ ਬਾਅਦ ਦੇ ਵਿੱਚ ਮੈਡਮ ਦੇਣਗੇ, ਜਿਹੜੇ ਕਿ ਸਾਡੇ ਨੋਡਲ ਇੰਚਾਰਜ ਨੇ। ਪਰ ਇੱਦਾਂ ਬਹੁਤ ਬਿਲਕੁਲ ਇੰਪੋਸੀਬਲ ਹੈ, ਪਰ ਫਿਰ ਵੀ ਜੇ ਤੁਹਾਡੇ ਨਾਲ ਹੋਇਆ ਤਾਂ ਤੁਹਾਡਾ ਜਿਹੜਾ ਪਰਸਨਲ ਐਕਸਪੀਰੀਅੰਸ ਹੈ ਤੁਹਾਡਾ ਅਸੀਂ ਸ਼ੇਅਰ ਕਰਨਗੇ, ਮੈਡਮ ਦੱਸਣਗੇ ਵੀ ਉਹਨੂੰ ਕਿੱਦਾਂ ਠੀਕ ਕਰਨਾ ਹੈ। ਅਦਰਵਾਈਜ਼ ਜਿਹੜੀ ਵੀ ਕੋਈ ਵੀ ਕਿਸੇ ਦਾ ਵੀ ਟੈਸਟ ਹੁੰਦਾ, ਤੁਸੀਂ ICMR ਦੇ ਪੋਰਟਲ 'ਤੇ ਆਪਣਾ ਨਾਮ ਪਾ ਕੇ ਦੇਖ ਸਕਦੇ ਹੋ, ਤੁਹਾਡੀ ਰਿਪੋਰਟ ਹਮੇਸ਼ਾ ਅਵੇਲੇਬਲ ਹੁੰਦੀ ਹੈ। ਮੋਹਿਤ ਜੀ ਸਾਨੂੰ ਪੁੱਛ ਰਹੇ ਨੇ ਕਿ ਇਹ ਜਿਹੜੇ ਰਾਈਜ਼ਿੰਗ ਨੰਬਰ ਹੈ ਕਰੋਨਾ ਦੇ, ਜਿਹੜੇ ਕੇਸਿਸ ਬੜੇ ਨੇ, ਕਿ ਟੈਂਪਰੇਚਰ ਜਿਹੜਾ ਵੈਦਰ ਚੇਂਜ ਹੋਇਆ ਇਹਦੇ ਨਾਲ ਹੈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਆਪਾਂ ਦੇਖਿਆ ਕਿ April ਦੇ ਮਹੀਨੇ ਵਿੱਚ ਵਾਇਰਸ ਦੇ ਕੇਸਿਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਹੁੰਦੇ ਆ। ਬਟ ਤੁਸੀਂ ਦੇਖਿਆ ਹੋਊਗਾ ਇਸ ਵਾਰੀ ਜਿਹੜੀ ਟ੍ਰਾਂਜੀਸ਼ਨ ਹੈਗੀ ਹੈ ਸਰਦੀ ਤੋਂ ਗਰਮੀ, ਉਹ 1 ਮਹੀਨਾ ਪਹਿਲਾਂ ਆ ਗਈ। ਆਪਾਂ ਪੱਤੇ ਵੀ ਦੇਖਦੇ ਹਾਂ, ਪਹਿਲਾਂ ਪਤਝੜ ਸ਼ੁਰੂ ਹੋ ਗਈ, ਹਰ ਇੱਕ ਚੀਜ਼ 1 ਮਹੀਨਾ ਪਹਿਲਾਂ ਆਈ ਹੈ। ਇਸੇ ਕਰਕੇ ਜਿਹੜਾ ਚੇਂਜ ਆਫ ਵੈਦਰ ਹੈ ਇਹ ਕੋਇਨਸਾਈਡ ਕੀਤਾ, ਕਿਉਂਕਿ ਇਹਦੇ ਵਿੱਚ ਜਿਹੜੀ ਮਲਟੀਪਲੀਕੇਸ਼ਨ ਹੈ ਵੈਦਰ ਉਹਦੀ ਵਾਇਰਸ ਦੀ, ਉਹ ਜ਼ਿਆਦਾ ਹੋ ਗਈ ਹੈ। ਸੋ ਵੈਦਰ ਹੈਜ਼ ਸਮਥਿੰਗ ਟੂ ਡੂ ਵਿਦ ਦ ਇਨਕਰੀਜ਼। ਦੂਸਰੀ ਚੀਜ਼ ਆਪਣੀ ਓਵਰ ਕਰਾਊਡਿੰਗ ਹੈ, ਤੇ ਜਿਹੜਾ ਆਪਾਂ ਆਪਣੇ ਆਪ ਨੂੰ ਬਿਲਕੁਲ ਹੀ ਖੁੱਲ੍ਹੇ ਛੱਡਤਾ ਸੀ ਕਿ ਵੀ ਸਾਨੂੰ ਹੋ ਹੀ ਨਹੀਂ ਸਕਦਾ, ਇਸ ਕਰਕੇ ਵੀ ਹੈ। ਸੋ 3 ਕਾਰਨ ਹੈ ਜਿਹਦੇ ਕਰਕੇ ਆਪਾਂ ਨੂੰ ਸੈਕਿੰਡ ਵੇਵ ਦਾ ਸਾਹਮਣਾ ਕਰਨਾ ਪਿਆ। ਹੈਪੀ ਜੀ ਪੁੱਛ ਰਹੇ ਨੇ ਕਿ ਜਿਹੜੀ ਵੈਕਸੀਨ ਹੈ ਬਈ ਇਹ 24 ਘੰਟੇ ਅਵੇਲੇਬਲ ਹੈ। ਦੇਖੋ ਵੈਕਸੀਨ ਸਰਕਾਰ ਨੇ ਤੇ ਸਭ ਨੇ ਆਪਣੀਆਂ ਸਾਰਿਆਂ ਨੇ ਕਿਉਂਕਿ ਇਹ ਯੁੱਧ ਹੈ ਇੱਕ ਤਰ੍ਹਾਂ ਦਾ, ਜਿਹੜਾ ਕੋਵਿਡ ਦੇ ਨਾਲ ਸਾਰੇ ਦੁਨੀਆ ਯੁੱਧ ਕਰ ਰਹੀ ਹੈ। ਉਹਦੇ ਵਿੱਚ ਫਰੰਟਲਾਈਨ ਵਰਕਰ ਤੇ ਸਾਡੇ ਹੈਲਥ ਵਰਕਰ ਉਹ ਜ਼ਿਆਦਾ ਕਰ ਰਹੇ ਨੇ। ਤਾਂ ਇਸ ਨੂੰ ਸਰਕਾਰ ਨੇ ਤੇ ਸਾਰੇ ਪ੍ਰਾਈਵੇਟ ਹਸਪੀਟਲਾਂ ਨੇ 7 ਦਿਨ ਲਗਾਤਾਰ, ਸੋਮਵਾਰ ਤੋਂ ਲੈ ਕੇ ਇਤਵਾਰ ਤੱਕ ਓਪਨ ਕਰਤਾ। 7 ਦਿਨ ਇਹ ਮਤਲਬ ਲਗਾਤਾਰ ਵੈਕਸੀਨੇਸ਼ਨ ਮਿਲ ਸਕਦੀ ਹੈ, ਇਹਦੇ ਵਿੱਚ ਕੋਈ ਛੁੱਟੀ ਨਹੀਂ ਹੈ। ਹਮੇਸ਼ਾ ਤੁਸੀਂ ਕਿਸੇ ਵੀ ਸੈਂਟਰ 'ਤੇ ਜਾਓਗੇ, 71 ਸੈਂਟਰ ਹੈ ਜਿਹੜੇ ਕਿ ਹੁਣ बढ़ाए ਵੀ ਜਾ ਰਹੇ ਹਨ ਲੁਧਿਆਣਾ ਵਿੱਚ, ਤਾਂ ਉੱਥੇ ਤੁਸੀਂ ਵੈਕਸੀਨੇਸ਼ਨ ਕਰਾ ਰਹੇ ਹੋ। ਇਹਦਾ ਸਮਾਂ ਜ਼ਿਆਦਾਤਰ ਕਈ ਹਸਪੀਟਲਾਂ 'ਚ 8 ਤੋਂ 6 ਹੈ, ਕਈਆਂ 'ਚ 8 ਤੋਂ 7 ਹੈ ਜਾਂ 9 ਤੋਂ 4, ਕਿਉਂਕਿ ਵੈਕਸੀਨ ਵਾਸਤੇ ਐਕਸਪਰਟ ਵੈਕਸੀਨੇਟਰ ਹੁੰਦੇ ਆ। ਤੁਸੀਂ ਵੀ ਸਮਝ ਸਕਦੇ ਹੋ ਕਿ ਉਹਨਾਂ ਨੂੰ ਵਿੱਚ ਰੈਸਟ ਕਰਨਾ ਪੈਂਦਾ। ਸੋ 3-4 ਘੰਟੇ ਉਹਨਾਂ ਨੂੰ ਰੈਸਟ ਕਰਨਾ ਪੈ ਰਿਹਾ, ਇਸ ਕਰਕੇ ਰਾਤ ਨੂੰ ਅਵੇਲੇਬਲ ਨਹੀਂ। ਔਰ ਦੂਸਰਾ ਕਿਉਂਕਿ 20 ਮਿੰਟਸ ਇਹਦੇ ਵਾਸਤੇ ਬੈਠਣਾ ਪੈਂਦਾ ਆਬਜ਼ਰਵੇਸ਼ਨ। ਸੋ ਇਸ ਲਈ ਦੇਖਿਆ ਗਿਆ ਕਿ ਵੈਕਸੀਨੇਸ਼ਨ ਸੈਂਟਰ ਦੇ ਜਿਹੜੀਆਂ ਇੰਡੀਅਨ ਭਾਰਤ ਸਰਕਾਰ ਦੀਆਂ ਗਾਈਡਲਾਈਨਸ ਹੈ ਉਹਦੇ ਵਿੱਚ ਜਿਹੜਾ ਸਮਾਂ ਹੈ, ਅਸੀਂ ਬਲਕਿ ਪੰਜਾਬ ਦੇ ਵਿੱਚ ਕਈ ਜਗ੍ਹਾ 'ਤੇ 6 ਵਜੇ ਜਾਂ 7 ਵਜੇ ਤੱਕ ਵੀ ਕਰ ਦਿੱਤਾ ਹੈ। ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹਨੂੰ ਅਸੀਂ ਹੋਰ बढ़ा ਦਈਏ। ਹੈਪੀ ਜੀ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਇਹ ਸਵਾਲ ਹੈ ਇਹਦਾ ਆਨਸਰ ਬੜਾ ਕਲੀਅਰ ਮਿਲ ਗਿਆ ਹੋਵੇਗਾ। ਥੈਂਕ ਯੂ। ਵਾਕਈ ਸਾਨੂੰ ਕਾਫੀ ਇਸ ਸੈਕਿੰਡ ਵੇਵ 'ਚ ਜ਼ਿਆਦਾ ਸਵਾਲ ਆ ਰਹੇ ਨੇ। ਨਿਸ਼ਾਨ ਦੁੱਗਲ ਸਾਹਿਬ ਪੁੱਛ ਰਹੇ ਨੇ ਕਿ ਜਿਹੜੀ ਕੋਈ ਬੰਦਾ ਕੋਈ ਦਵਾਈ ਲੈ ਰਿਹਾ, ਕੋਈ ਸੈਡੇਟਿਵ ਲੈ ਰਿਹਾ, ਕੋਈ ਐਂਟੀ ਡਿਪਰੈਸੈਂਟ ਲੈ ਰਿਹਾ ਜਾਂ ਕੋਈ ਹੋਰ ਦਵਾਈ ਲੈ ਰਿਹਾ, ਕਿਹੜੀਆਂ ਦਵਾਈਆਂ ਨੇ ਜੋ ਲੈ ਕੇ ਆਪਾਂ ਵੈਕਸੀਨ ਨਹੀਂ ਲਗਵਾਉਣੀ। ਇਹ ਬਿਲਕੁਲ ਇਹੀ ਚੀਜ਼ ਮੈਂ ਬਾਰ-ਬਾਰ ਕਹਿ ਰਿਹਾ। ਸਭ ਤੋਂ ਜ਼ਿਆਦਾ ਅਫਵਾਹ ਇਹ ਫੈਲੀ ਸੀ ਕਿ ਜਿਹੜੇ ਖੂਨ ਪਤਲਾ ਕਰਨ ਵਾਲੀ ਦਵਾਈ ਲੈ ਰਹੇ ਨੇ ਉਹਨਾਂ ਵਾਸਤੇ ਵੈਕਸੀਨ ਨਹੀਂ ਲਗਾਉਣੀ ਚਾਹੀਦੀ ਜਾਂ ਖੂਨ ਪਤਲੇ ਦੀ ਦਵਾਈ ਬੰਦ ਕਰਨੀ ਚਾਹੀਦੀ ਹੈ, ਜੋ ਕਿ ਬਿਲਕੁਲ ਬੇਬੁਨਿਆਦ ਹੈ। ਬਲਕਿ ਇਹਨਾਂ ਲੋਕਾਂ ਨੂੰ ਹੀ ਤਾਂ ਸਭ ਤੋਂ ਜ਼ਿਆਦਾ ਬੈਨੀਫਿਟ ਹੋਣਾ ਹੈ। ਦੂਸਰਾ, ਜਿਹੜੇ ਹਾਰਟ ਦੇ ਪੇਸ਼ੈਂਟ ਹੈ ਜਿਨ੍ਹਾਂ ਦੇ ਸਟੈਂਟ ਪਿਆ ਹੈ ਜਾਂ ਬਾਈਪਾਸ ਹੋਇਆ ਹੈ, ਜੋ ਖੂਨ ਪਤਲੇ ਦੀ ਦਵਾਈ ਬੰਦ ਕਰ ਦੇਣਗੇ ਤਾਂ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੈ। ਸੋ ਕਿਸੇ ਵੀ ਮੇਰੇ ਮਿੱਤਰੋ, ਕਿਸੇ ਵੀ ਬੰਦੇ ਨੂੰ ਵੈਕਸੀਨ ਵਾਸਤੇ ਕੋਈ ਵੀ ਦਵਾਈ ਹੈ ਉਹ ਬੰਦ ਕਰਨ ਦੀ ਜ਼ਰੂਰਤ ਨਹੀਂ। ਸਿਰਫ ਇੱਕੋ ਹੀ ਚੀਜ਼ ਹੈ ਜਿਹੜੀ ਮੈਂ ਬਾਰ-ਬਾਰ ਕਹਿਣਾ, ਜੇ ਕੋਈ ਪੇਸ਼ੈਂਟ ਅਨਫੋਰਚੂਨੇਟਲੀ ਕੈਂਸਰ ਦਾ ਉਹ ਕੀਮੋਥੈਰੇਪੀ 'ਤੇ ਹੈ, ਉਹਨੂੰ ਕੀਮੋਥੈਰੇਪੀ ਮਿਲ ਰਹੀ ਹੈ, ਉਹਨੂੰ ਆਪਣੇ ਸਪੈਸ਼ਲਿਸਟ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਸਿਰਫ ਉਹੀ ਕੰਡੀਸ਼ਨ ਹੈ ਜਿਹਦੇ ਵਿੱਚ ਉਹਨਾਂ ਦਾ ਐਕਸਪਰਟ ਤੋਂ ਉਹਨੂੰ ਰਾਏ ਲੈਣੀ ਚਾਹੀਦੀ ਹੈ ਕਿ ਮੈਂ ਕਿੰਨੇ ਟਾਈਮ ਤੋਂ ਬਾਅਦ ਉਹ ਵੈਕਸੀਨ ਲਗਾ ਸਕਾਂ। ਕੈਂਸਰ ਦੇ ਪੇਸ਼ੈਂਟ ਨੂੰ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ ਹੈ, ਉਹ ਕੋਈ ਕੰਟਰਾ ਇੰਡੀਕੇਸ਼ਨ ਨਹੀਂ। ਬਟ ਜਿਹੜੀ ਟਾਈਮਿੰਗ ਹੈ, ਜਿਹੜੀ ਉਹ ਪੇਸ਼ੈਂਟ ਕੀਮੋਥੈਰੇਪੀ 'ਤੇ, ਉਹ ਆਪਣੇ ਐਕਸਪਰਟ ਡਾਕਟਰ ਨਾਲ ਗੱਲ ਕਰਕੇ ਕਲੀਅਰ ਕਰੇ। ਕੁਛ ਅਸੀਂ ਜਿਹੜੇ ਟ੍ਰੀਟਮੈਂਟ ਨੇ ਉਹ ਚੇਂਜ ਓਵਰ ਕੀਤੇ ਨੇ ਇਸ ਵਾਰੀ, ਕਿਉਂਕਿ ਪਿਛਲੇ ਸਾਲ ਤੋਂ ਸਾਨੂੰ ਕਾਫੀ ਆਈਡੀਆ ਆਇਆ ਕਿ ਅਸੀਂ ਜਿਹੜੇ ਕੋਵਿਡ ਦੇ ਪੇਸ਼ੈਂਟ ਆ ਉਹਨਾਂ ਨੂੰ ਕਿੱਦਾਂ ਹੋਰ ਬਿਹਤਰ ਤਰੀਕੇ ਨਾਲ ਕਰੀਏ। ਉਹਦੇ ਵਿੱਚੋਂ ਅਸੀਂ ਜਿਹੜੇ ਐਂਟੀਬਾਇਓਟਿਕਸ ਪਹਿਲਾਂ ਬਹੁਤ ਜਗ੍ਹਾ 'ਤੇ ਜ਼ਿਆਦਾ ਯੂਜ਼ ਹੋ ਰਹੇ ਸੀ ਉਹਨੂੰ ਘਟਾਇਆ।
ਕੁਝ ਜਿਹੜੀਆਂ ਦਵਾਈਆਂ ਸੀ, ਜਿੱਦਾਂ ਇੱਕ ਐਂਟੀਵਾਇਰਲ ਓਰਲ ਮੈਡੀਸਨ ਸੀ ਫੈਵੀਪਿਰ, ਤੁਸੀਂ ਨਾਮ ਸੁਣਿਆ ਹੋਏਗਾ ਜ਼ਰੂਰ। ਇਹ ਪਾਇਆ ਗਿਆ ਕਿ 1 ਸਾਲ ਦੇ ਵਿੱਚ ਜਿੰਨੇ ਵੀ ਸ਼ੋਧ ਹੋਏ ਉਹਦੇ ਵਿੱਚ ਪਾਇਆ ਗਿਆ ਕਿ ਇਹਦਾ ਕੋਈ ਬੈਨੀਫਿਟ ਨਹੀਂ, ਉਹ ਬਿਲਕੁਲ ਹੀ ਅਸੀਂ ਆਊਟ ਕਰਤੀ। CT ਸਕੈਨ ਜਿਹੜੇ ਕਿ ਲੋਕ ਭਰ ਕੇ ਕਰਾਉਂਦੇ ਸੀ ਕਿ ਜਿਹੜੇ ਬਹੁਤ ਕੋਸਟਲੀ ਸੀ, ਅਜੇ ਫਸਟ PCR ਦੀ ਜਗ੍ਹਾ ਤੇ ਉਹਨੂੰ ਬਿਲਕੁਲ ਕਰਤਾ ਕਿ ਉਹਨੂੰ ਸਿਰਫ ਹਸਪਤਾਲ 'ਚ ਜਿਹੜੇ ਮਰੀਜ਼ ਦਾਖਲ ਹੈ ਜਾਂ ਕੁਝ ਚੁਣਿੰਦਾ ਜਿਹੜੀਆਂ ਉਹਦੀਆਂ ਇੰਡੀਕੇਸ਼ਨ ਆ ਉਹਦੇ ਵਾਸਤੇ CT ਕਰਾਓ, ਅਦਰਵਾਈਜ਼ ਪੈਸਾ ਵੇਸਟ ਹੈ ਤੇ ਬਿਲਕੁਲ ਨਾ ਕਰੋ। ਸਿਰਫ PCR ਟੈਸਟ ਹੈ ਜਿਹਨੂੰ ਕਿ ਸਾਰੇ ਜਿਹੜੇ ਡਾਕਟਰ ਹੈ ਉਸ ਨੂੰ ਮੰਨਦੇ ਆ, ਬਹੁਤ ਹੀ ਰੇਅਰ ਕੰਡੀਸ਼ਨ 'ਚ CT ਐਡਵਾਈਜ਼ੇਬਲ ਹੈ। ਸੋ CT ਤੇ ਪੈਸਾ ਵੇਸਟ ਨਹੀਂ ਕਰਨਾ ਚਾਹੀਦਾ ਅਨਲੈਸ ਅੰਟਿਲ ਤੁਹਾਨੂੰ ਸਪੈਸੀਫਾਈਡ ਡਾਕਟਰ ਜਾਂ ਇਨ ਹਸਪੀਟਲ ਇਹਦੀ ਇੰਡੀਕੇਸ਼ਨ ਹੋਵੇ। ਤੀਸਰੀ ਚੀਜ਼ ਹੈ ਜਿਹੜੇ ਲੋਕ ਘਰ ਦੇ ਵਿੱਚ ਸਟੀਰੋਇਡ, ਤੁਸੀਂ ਦੇਖਿਆ ਹੋਗਾ ਵਾਈਸੋਲੋਨ, ਮੈਡਰੋਲ, ਇਹ ਨਾਮ ਹੁਣ ਘਰ ਵਿੱਚ ਹੈ, ਕਿਉਂਕਿ ਕਈ ਸਾਡੇ ਕੈਮਿਸਟ ਭਰਾ ਜਾਂ ਕੁਝ ਜਿਹੜੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੀ ਨਹੀਂ, ਉਹ ਵਾਇਰਲ ਨੂੰ ਇਹ ਦੇ ਦਿੰਦੇ ਨੇ, ਸਟੀਰੋਇਡ ਦੀ ਗੋਲੀਆਂ ਦੇ ਦਿੰਦੇ ਨੇ ਵੀ ਚੱਲ ਤੂੰ ਘਰੇ ਖਾ ਲਾ। ਇਹ ਬਹੁਤ ਜ਼ਿਆਦਾ ਖਤਰਨਾਕ ਹੈ। ਜਿਨ੍ਹਾਂ ਲੋਕਾਂ ਨੇ ਬਿਨਾਂ ਆਕਸੀਜਨ ਦੀ ਘਾਟ ਤੋਂ ਇਹ ਦਵਾਈ ਲਿੱਤੀ ਉਹਨਾਂ ਦੀਆਂ ਕੰਪਲੀਕੇਸ਼ਨ ਰੇਟ ਬਹੁਤ ਜ਼ਿਆਦਾ ਹੋਈ ਅਤੇ ਉਹਨਾਂ ਨੂੰ ਸਾਨੂੰ ਟਰੀਟ ਕਰਨ ਵਿੱਚ ਕਈ ਜ਼ਿਆਦਾ ਦਿਨ ਲੱਗੇ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋ। ਆਪਣੀ ਰੋਜ਼ਾਨਾ ਕਸਰਤ, ਸਪਾਇਰੋਮੀਟਰੀ ਜਿਹੜੀ ਆਕਸੀਜਨੇਸ਼ਨ ਹੈ ਉਹਨੂੰ ਪੂਰੀ ਰੱਖੋ, ਬਰੀਥਿੰਗ ਐਕਟੀਵਿਟੀ ਰੱਖੋ। 85 ਤੋਂ 90% ਜਿਹੜੇ ਲੋਕ ਨੇ ਉਹ ਘਰ ਵਿੱਚ ਆਈਸੋਲੇਸ਼ਨ 'ਚ ਜਿਹੜੀਆਂ ਸਾਡੀਆਂ ਗੌਰਮੈਂਟ ਦੀਆਂ ਜਾਂ ਡਾਕਟਰਸ ਵੱਲੋਂ ਦੱਸੀਆਂ ਗਈਆਂ ਹਦਾਇਤਾਂ ਨੇ ਉਹਨਾਂ ਨੂੰ ਫੋਲੋ ਕਰਕੇ ਸੇਫਲੀ ਰਹਿ ਸਕਦੇ ਨੇ। ਇੱਕ ਸਵਾਲ ਮੈਂ ਦੱਸ ਦਿੰਦਾ ਆਨਸਰ, ਫਿਰ ਮੈਡਮ ਡਾਕਟਰ ਮੈਰੀ ਜੌਨ ਹੈ, ਫਿਰ ਉਹ ਤੁਹਾਨੂੰ ਬਾਕੀ ਜਵਾਬ ਦੇਣਗੇ। ਯੋਗੇਸ਼ ਜੀ ਦੱਸ ਰਹੇ ਨੇ ਕਿ ਜੇ ਵੈਕਸੀਨੇਸ਼ਨ ਦਾ ਜਿਹੜਾ ਸਰਟੀਫਿਕੇਟ ਹੈਗਾ ਉਹ ਸਿਵਲ ਕੋਈ ਵੀ ਜਿੱਥੇ ਵੀ ਤੁਹਾਨੂੰ ਵੈਕਸੀਨੇਸ਼ਨ ਲੱਗੀ ਹੈ ਇਹ ਹਸਪੀਟਲ ਦੀ ਰਿਸਪੌਂਸਿਬਿਲਟੀ ਹੈ ਕਿ ਤੁਹਾਨੂੰ ਉਹ ਸਰਟੀਫਿਕੇਟ ਦੇਣਗੇ। ਔਰ ਦੂਸਰਾ ਇਹ ਡਿਜੀਟਲ ਲੋਕਰ 'ਚ ਆਮ ਮਿਲ ਜਾਂਦੀ ਹੈ, ਜੇ ਤੁਸੀਂ ਆਪਣਾ ਆਧਾਰ ਕਾਰਡ ਪਾਓਗੇ ਤੇ ਡਿਜੀਟਲ ਲੋਕਰ ਜਿਹੜਾ ਤੁਹਾਡੇ ਫੋਨ 'ਤੇ ਵੀ ਤੁਹਾਨੂੰ ਅਵੇਲੇਬਲ ਹੈਗਾ ਤਾਂ ਤੁਹਾਨੂੰ ਇਹ ਸਰਟੀਫਿਕੇਟ ਮਿਲ ਜਾਏਗਾ। ਇਹ ਸਰਟੀਫਿਕੇਟ ਤੁਹਾਡੇ ਲਈ ਇਸ ਲਈ ਇੰਪੋਰਟੈਂਟ ਹੈ, ਜੇ ਕਿਸੇ ਬੰਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੈ ਜਾਂ ਬਾਹਰ ਜਾਣਾ ਹੈ ਤਾਂ ਇਹ ਸਰਟੀਫਿਕੇਟ ਤੁਹਾਡੇ ਕੋਲ ਹੋਏਗਾ, ਤੁਹਾਨੂੰ ਫਾਇਦਾ ਹੋਏਗਾ। ਲਾਸਟ ਸਵਾਲ ਜਿਹੜਾ ਰਕੇਸ਼ ਜੈਨ ਜੀ ਮੈਨੂੰ ਪੁੱਛ ਰਹੇ ਨੇ ਕਿ 70 ਈਅਰ ਓਲਡ ਉਹਨਾਂ ਨੂੰ ਬਲੱਡ ਕੈਂਸਰ ਹੈ, ਉਹਨਾਂ ਨੂੰ ਵੈਕਸੀਨੇਟ ਲੈਣੀ ਚਾਹੀਦੀ ਹੈ। ਬਲੱਡ ਕੈਂਸਰ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ, ਕੁਝ ਬਲੱਡ ਕੈਂਸਰ 'ਚ ਬਿਲਕੁਲ ਕੌਂਟਰਾ ਇੰਡੀਕੇਟਡ ਨਹੀਂ, ਪਰ ਕੁਝ 'ਚ ਜਿਨ੍ਹਾਂ ਨੂੰ ਕੀਮੋਥੈਰੇਪੀ ਜਾਂ ਕੋਈ ਡਰੱਗ ਮਿਲਦੀ ਹੈ ਉਹਨਾਂ ਲਈ ਮੇਰੀ ਰਿਕੁਐਸਟ ਹੈ ਕਿ ਸਿਰਫ ਕੈਂਸਰ ਦੇ ਪੇਸ਼ੈਂਟ ਆਪਣੇ ਜਿਹੜੇ ਡਾਕਟਰਸ ਨੇ ਉਹਨਾਂ ਨਾਲ ਗੱਲ ਕਰ ਸਕਦੇ ਨੇ ਤੇ ਵੈਕਸੀਨੇਸ਼ਨ ਬਾਰੇ ਡਿਸੀਜਨ ਲੈ ਸਕਦੇ ਨੇ। ਤਾਂ ਮੈਂ ਹੁਣ ਜਿਹੜੇ ਨੈਕਸਟ ਸਵਾਲ ਨੇ ਤੁਹਾਡੇ ਡਾਕਟਰ ਮੈਰੀ ਜੌਨ ਉਹਨਾਂ ਦੇ ਆਨਸਰ ਦੇਣਗੇ, ਪਰ ਫਿਰ ਮੇਰੀ ਲਾਸਟ ਤੁਹਾਨੂੰ ਜਾਣ ਤੋਂ ਪਹਿਲਾਂ ਹੀ ਰਿਕੁਐਸਟ ਹੈ ਕਿ 2 ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਇੱਕ ਤਾਂ ਤੁਹਾਡਾ ਮਾਸਕ, ਦੂਸਰੀ ਵੈਕਸੀਨੇਸ਼ਨ। ਥੈਂਕ ਯੂ। गुड इवनिंग। सुरेष्ठा खुराना ने पूछा है कि हाउ कैन अ पर्सन ऑफ ओल्ड एज गेट वैक्सीनेटेड विदाउट विजिटिंग हॉस्पिटल। आज अभी जो वैक्सीनेशन सेंटर्स खुला है उधर ही जाना पड़ेगा, क्योंकि वैक्सीनेशन के बाद ऑब्जर्वेशन करना पड़ता है आधा घंटा, तो पूरा टीम होता है उसके लिए। तो पेशेंट हुएवर जो वैक्सीनेशन लगाना चाहते हैं उनको वैक्सीनेशन सेंटर आना पड़ेगा। इवन ओल्ड एज पीपल, देर आर फैसिलिटीज़, आपको व्हीलचेयर पे ऊपर ले जा सकते हैं जहाँ पे भी आपको आना है। एक बार हॉस्पिटल आएंगे तो आपके केयर ले सकेंगे, बट यू हैव टू कम टू द हॉस्पिटल टू गेट वैक्सीनेटेड। कोई फैसिलिटी नहीं है कि घर जाके वैक्सीन लगाने के लिए, क्योंकि एक वायल कई बार शेयर करना पड़ता है पेशेंट्स, दूसरे पेशेंट्स के साथ भी, दूसरे पर्सनस के साथ भी। सो हॉस्पिटल आना ज़रूरी है। एंड एनी अदर क्वेश्चंस for you? Okay, sorry. मेरा आप सब ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਕਿਰਨ। ਹੈਰੀ ਸ਼ਰਮਾ ਜੀ ਦਾ ਸਵਾਲ ਹੈ ਕਿ ਇਜ਼ देयर ਐਨੀ ਚੋਇਸ ਫॉर ਵੈਕਸੀਨ ਬਿਟਵੀਨ ਕੋਵਿਸ਼ੀਲਡ ਐਂਡ ਕੋਵੈਕਸਿਨ। ਹਾਂਜੀ, ਤੁਸੀਂ ਬਿਲਕੁਲ ਚੋਇਸ ਕਰ ਸਕਦੇ ਹੈਗੇ ਹੋ ਕਿ ਤੁਸੀਂ ਕੋਵੈਕਸਿਨ ਲੈਣਾ ਹੈ ਕਿ ਕੋਵਿਸ਼ੀਲਡ ਲੈਣਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵਿੱਚ ਦੋਨੋਂ ਤਰ੍ਹਾਂ ਦੀ ਵੈਕਸੀਨਸ ਅਵੇਲੇਬਲ ਹੈ। ਕੁਝ ਸਾਡੇ ਕੋਵੈਕਸਿਨ ਸੈਂਟਰਸ ਨੇ ਤੇ ਕੋਵਿਸ਼ੀਲਡ, ਬਾਕੀ ਕੁਝ ਕੋਵਿਸ਼ੀਲਡ ਸੈਂਟਰਸ ਨੇ। ਇਹਨਾਂ ਵਿੱਚੋਂ ਸਾਡੇ ਕੋਲ ਜ਼ਿਲ੍ਹਾ ਲੁਧਿਆਣਾ ਵਿੱਚ 23 ਕੋਵੈਕਸਿਨ ਸੈਂਟਰਸ ਨੇ ਤੇ ਬਾਕੀ ਕੋਵਿਸ਼ੀਲਡ ਦੇ ਸੈਂਟਰਸ ਹੈਗੇ ਆ, ਤੇ ਤੁਸੀਂ ਜਿੱਥੇ ਵੀ ਜਾਣਾ ਚਾਹੋ ਉੱਥੇ ਲਗਵਾ ਸਕਦੇ ਹੈਗੇ ਹੋ। ਔਰ ਦੋਨੋਂ ਹੀ ਜਿਹੜੀ ਵੈਕਸੀਨਸ ਨੇ ਇਹ ਟੋਟਲੀ ਸੇਫ ਨੇ, ਤੇ ਇਸ ਕਰਕੇ ਤੁਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਸਰਕਾਰੀ ਸੰਸਥਾ ਦੇ ਵਿੱਚ ਜਾਣਾ ਚਾਹੁੰਦੇ ਹੋ ਕੋਵੈਕਸਿਨ ਲਈ ਤਾਂ ਤੁਹਾਨੂੰ ਮੈਂ ਸੈਂਟਰਸ ਦੱਸ ਦਿੰਦੀ ਹਾਂ। ਇਹ ਹੈਗੇ ਆ UPHC ਮਾਲ ਟਾਊਨ, ਫਿਰ ਸਾਡੇ ਕੋਲ ਸਬਜ਼ੀ ਮੰਡੀ ਦੇ ਵਿੱਚ ਕੋਵੈਕਸਿਨ ਚੱਲ ਰਹੀ ਹੈਗੀ ਹੈ, ਸ਼ਿਵਪੁਰੀ ਦੇ ਵਿੱਚ ਚੱਲ ਰਹੀ ਹੈ, ESI ਮਾਡਲ ਹਸਪੀਟਲ ਦੇ ਵਿੱਚ, CMC ਦੇ ਵਿੱਚ ਕੋਵੈਕਸਿਨ ਸੈਂਟਰਸ ਹੈਗੇ ਆ। ਤੁਸੀਂ ਕਿਤੇ ਵੀ ਜਾ ਕੇ ਕੋਵੈਕਸਿਨ ਲਗਵਾ ਸਕਦੇ ਹੋ। ਜੇਕਰ ਤੁਸੀਂ ਸਰਕਾਰੀ ਹਸਪਤਾਲ, ਇਹ ਸਾਰੀ
ਲੁਧਿਆਣਾ ਵਾਸੀਆਂ ਲਈ ਅਸੀਂ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਕਿਸੇ ਵੀ ਸਰਕਾਰੀ ਸੰਸਥਾ ਵਿੱਚ ਜਾਂਦੇ ਹੋ ਉੱਥੇ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਉਹ ਟੋਟਲੀ ਫ੍ਰੀ ਹੁੰਦੀ ਹੈ। ਜੇਕਰ ਤੁਸੀਂ ਪ੍ਰਾਈਵੇਟ ਵਿੱਚ ਜਾਣਾ ਚਾਹੁੰਦੇ ਹੋ ਤੇ ਉੱਥੇ 250 ਰੁਪਏ ਲੱਗਦੇ ਹੈਗੇ ਆ। ਨਾਲ ਹੀ ਕਿਸੇ ਨੇ ਸਵਾਲ ਪੁੱਛਿਆ ਸੀਗਾ ਕਿ ਸਾਨੂੰ ਕੀ ਸਰਟੀਫਿਕੇਟ ਜ਼ਰੂਰੀ, ਇਹ ਬਿਲਕੁਲ ਸਹੀ ਹੈ ਕਿ ਜਿਹੜੇ ਵੀ ਸੰਸਥਾ ਵਿੱਚ ਜਾਓਗੇ ਉੱਥੋਂ ਤੁਸੀਂ ਆਪਣੀ ਜੇਕਰ ਪਹਿਲੀ ਡੋਜ਼ ਲਗਵਾਉਂਦੇ ਹੋ ਤਾਂ ਉਦੋਂ ਵੀ ਤੁਹਾਨੂੰ ਸਰਟੀਫਿਕੇਟ ਮਿਲੇਗਾ, ਤੇ ਜੇਕਰ ਤੁਸੀਂ ਸੈਕਿੰਡ ਲਗਵਾਉਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਕੰਪਲੀਸ਼ਨ ਦਾ ਸਰਟੀਫਿਕੇਟ ਉਸੇ ਸੰਸਥਾ ਨੇ ਦੇ ਦੇਣਾ ਹੈਗਾ। ਪਰ ਜੇਕਰ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਤੁਹਾਡੇ ਫੋਨ ਦੇ ਉੱਤੇ QR ਕੋਡ ਆ ਜਾਂਦਾ ਹੈ, ਤੁਹਾਡੇ ਡਿਜੀਟਲ ਲੋਕਰ ਦੇ ਵਿੱਚ ਫੋਨ ਆ ਜਾਂਦਾ ਹੈਗਾ ਜੇ ਤੁਸੀਂ ਆਧਾਰ ਕਾਰਡ ਰਾਹੀਂ ਆਪਣੇ ਆਪ ਨੂੰ ਵੈਰੀਫਾਈ ਕਰਾਉਂਦੇ ਹੈਗੇ। ਨਾਲ ਹੀ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਸਾਡੇ ਕੋਲ ਜ਼ਿਲ੍ਹਾ ਲੁਧਿਆਣਾ ਵਿੱਚ ਤਕਰੀਬਨ 150 ਸੈਂਟਰ ਹੈਗੇ ਆ ਔਰ ਅਸੀਂ ਪਿੰਡ ਦੇ ਵਿੱਚ ਜਾ ਕੇ ਪ੍ਰਾਇਮਰੀ ਹੈਲਥ ਸੈਂਟਰ ਲੈਵਲ ਤੱਕ ਅਸੀਂ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ। ਤਾਂ ਮੇਰੀ ਬੜੀ ਆਪ ਸਭ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਭੈਣ ਭਰਾ ਪਿੰਡਾਂ ਵਿੱਚ ਰਹਿੰਦੇ ਹੈਗੇ ਆ, ਪਲੀਜ਼ ਆਪਣੇ SMOs ਨੂੰ ਕਮਿਊਨਿਟੀ ਹੈਲਥ ਸੈਂਟਰ ਤੇ ਪ੍ਰਾਇਮਰੀ ਹੈਲਥ ਸੈਂਟਰ ਤੇ ਜਾ ਕੇ ਆਪਣੇ ਆਪ ਨੂੰ ਵੈਕਸੀਨੇਸ਼ਨ ਕਰਾਓ ਔਰ ਇਹ ਪੂਰੇ ਹਫਤੇ ਵੈਕਸੀਨੇਸ਼ਨ ਖੁੱਲੀ ਰਹੇਗੀ। ਤੇ ਸਾਡੇ ਨਾਲ ਬਾਕੀ ਤੁਸੀਂ ਸਾਡੇ ਬਹੁਤ ਰਿਨਾਊਂਡ ਕਾਰਡੀਓਲੋਜਿਸਟ ਡਾਕਟਰ ਬਿਸ਼ਪ ਮੋਹਨ ਤੁਹਾਡਾ ਬਾਕੀ ਜਵਾਬ ਦੇ। ਡਾਕਟਰ ਮਹਾਜਨ, ਇੱਕ ਕੁਝ ਸਵਾਲਾਂ ਦੇ ਜਵਾਬ ਤਾਂ ਆਪਾਂ ਬੜੇ ਕਲੀਅਰ ਕਰਤੇ ਸੀਗੇ ਕਿ ਜਿਹੜੇ ਪੇਸ਼ੈਂਟ ਹਾਰਟ ਦੇ ਨੇ, ਅਧਰੰਗ ਦੇ ਹੈ ਤੇ ਕਿਹੜੇ ਪੇਸ਼ੈਂਟਾਂ ਨੂੰ ਆਪਾਂ ਨੂੰ ਵੈਕਸੀਨ ਸਾਰਿਆਂ ਨੂੰ ਦੇਣੀ ਚਾਹੀਦੀ ਹੈ, ਇਹਨਾਂ ਵਿੱਚ ਕੋਈ ਕੰਟਰਾਇੰਡੀਕੇਸ਼ਨ ਨਹੀਂ ਤੇ ਕੋਈ ਦਵਾਈ ਬੰਦ ਨਹੀਂ ਕਰਨੀ। ਇੱਕ ਹੋਰ ਬੜਾ ਸਵਾਲ ਹੈ ਜਿਹੜਾ ਕਿ ਪੰਜਾਬ ਵਿੱਚ ਵੀ ਕਾਫੀ ਬਿਮਾਰੀ ਹੈ, ਜਿੱਦਾਂ ਗਠੀਏ ਦੀ ਬਿਮਾਰੀ ਹੈ ਜਾਂ ਜਿੱਦਾਂ ਕਿਸੇ ਨੂੰ SLE ਹੈ, ਜਿਨ੍ਹਾਂ ਨੂੰ ਆਪਾਂ ਸਪਰੈਸ਼ਨ ਵਾਲੀ ਮੈਡੀਸਨ ਦਿੰਦੇ ਹਾਂ ਜਾਂ ਕਿਸੇ ਨੂੰ ਸਟੀਰੋਇਡ ਦਿੰਦੇ ਹਾਂ, ਤਾਂ ਉਹਨਾਂ ਲੋਕਾਂ ਨੂੰ ਜਿਹੜੀ ਵੈਕਸੀਨ ਹੈਗੀ ਆ ਉਹ ਕਿਸ ਤਰ੍ਹਾਂ ਦੇਣੀ ਚਾਹੀਦੀ ਹੈ, ਕਿ ਦੇਣੀ ਚਾਹੀਦੀ ਹੈ, ਨਹੀਂ ਦੇਣੀ ਚਾਹੀਦੀ, ਟਾਈਮਿੰਗ ਕੀ ਹੈ, ਪਲੀਜ਼ ਇਹਦੇ ਬਾਰੇ ਦੱਸੋ। ਜਿਹੜਾ ਇੱਕ ਮਾਨਿਕ ਸਿੰਗਲਾ ਜੀ ਨੇ ਕੁਐਸਚਨ ਪੁੱਛਿਆ ਸੀਗਾ, ਜਿਹੜੇ ਵੀ ਬੰਦੇ ਇਮਿਊਨੋ ਕੰਪਰੋਮਾਈਜ਼ਡ ਹੈ ਇਹ ਵੈਕਸੀਨ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹੋ ਜਿਹੇ ਬੰਦਿਆਂ ਨੂੰ ਇਨਫੈਕਸ਼ਨ ਹੋ ਗਈ ਤੇ ਇਹ ਕਾਫੀ ਜ਼ਿਆਦਾ ਸੀਰੀਅਸ ਤੇ ਜਾਨਲੇਵਾ ਹੋਣ ਦਾ ਡਰ ਰਹਿੰਦਾ ਹੈਗਾ। ਗੱਲ ਦੂਸਰੀ ਆਉਂਦੀ ਹੈ ਕਿ ਅਸੀਂ ਕੋਵੈਕਸਿਨ ਦੇਣੀ ਹੈ ਕਿ ਕੋਵੀਸ਼ੀਲਡ ਦੇਣੀ ਹੈ, ਇਹਦੇ 'ਤੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਹੈ। ਹਜੇ ਤੱਕ ਜਿਹੜਾ ਵੀ ਹੈਗਾ ਕਿ ਜਿਹੜੀ ਕੋਵੈਕਸਿਨ ਵੈਕਸੀਨ ਕੀ ਹੈ, ਇਹ ਹੀਟ ਕਿਲਡ ਵਾਇਰਸਿਸ ਹੈਗੇ ਆ ਕਿ ਜਿਹੜੇ ਕਿ ਆਰਾਮ ਨਾਲ ਬੰਦਿਆਂ ਨੂੰ ਦਿੱਤੇ ਜਾਂਦੇ ਆ ਤੇ ਇਹ ਪ੍ਰੈਫਰ ਕੀਤੇ ਜਾ ਸਕਦੇ ਆ ਇਹਨਾਂ ਪੇਸ਼ੈਂਟਸ ਵਾਸਤੇ। ਸਪੈਸ਼ਲੀ ਜਿਹੜੇ ਬੰਦਿਆਂ ਨੂੰ ਬਾਇਓਲੋਜੀਕਲਸ ਚੱਲ ਰਹੇ ਆ ਉਹਨਾਂ ਦੇ ਵਿੱਚ ਹੁੰਦਾ ਕਿ ਅਸੀਂ ਕਹਿੰਦੇ ਕਿ ਕੋਵੀਸ਼ੀਲਡ ਅਵੋਇਡ ਕਰਕੇ ਕੋਵੈਕਸਿਨ ਲਗਵਾ ਸਕਦੇ ਹੈਗੇ ਆ ਉਹ ਬੰਦੇ, ਤੇ ਮੈਡਮ ਕਿਰਨ ਨੇ ਤੁਹਾਨੂੰ ਇਹ ਦੱਸ ਹੀ ਦਿੱਤਾ ਕਿ ਕਿੱਥੇ ਕਿੱਥੇ ਕੋਵੈਕਸਿਨ ਅਵੇਲੇਬਲ ਹੈ। ਇੱਕ ਚੀਜ਼ ਆਪਾਂ ਜਿਹੜੀ ਵੀ ਹੈਗੀਆਂ ਆਟੋ ਇਮਿਊਨ ਜਾਂ ਜਿਹੜੀਆਂ ਵੀ ਹੋਰ ਕੋਈ ਵੀ ਬਿਮਾਰੀਆਂ ਜਿਨ੍ਹਾਂ 'ਚ ਕਿਸੇ ਨੂੰ ਅਸਥਮਾ ਹੈ, ਫੇਫੜੇ ਕਮਜ਼ੋਰ ਹੈ ਜਾਂ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ, ਲਿਵਰ ਦੀ ਪ੍ਰੋਬਲਮ ਹੈ, ਸਾਰਿਆਂ ਨੂੰ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ। ਸ਼ਵਿੰਦਰ ਜੀ ਪੁੱਛ ਰਹੇ ਨੇ ਕਿ ਮੈਂ 54 ਦੀ ਏਜ ਹੈਗੀ ਹੈ ਤੇ ਮੈਂ ਵੈਕਸੀਨ ਕਰਾ ਸਕਦਾ। ਹਾਂ, ਤੁਸੀਂ ਬਿਲਕੁਲ ਕਰਾ ਸਕਦੇ ਹੋ ਕਿ ਜਾਂ ਤਾਂ ਤੁਸੀਂ ਜਿਹੜੀਆਂ ਕੈਟੇਗਰੀਜ਼ ਸਰ ਨੇ ਦੱਸੀਆਂ ਸੀਗੀਆਂ ਉਹਦੇ ਵਿੱਚ ਆਉਂਦੇ ਹੋ, ਜਾਂ ਤੁਹਾਨੂੰ ਕੋਈ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਕੁਛ ਵੇਟ ਓਵਰਵੇਟ ਹੈਗਾ ਤਾਂ ਤੁਸੀਂ ਆਪਣੇ ਵਾਲੇ ਕਿਸੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਆਪਣੇ ਡਿਜ਼ੀਜ਼ ਬਾਰੇ ਉਹਨਾਂ ਦਾ ਕਾਰਡ ਲੈ ਕੇ ਕਿਸੇ ਵੀ ਨੇੜੇ ਵਾਲੇ ਹਸਪੀਟਲ ਜਿੱਥੇ ਵੈਕਸੀਨੇਸ਼ਨ ਮਿਲਦੀ ਹੈ ਉੱਥੇ ਜਾ ਕੇ ਲਗਵਾ ਸਕਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਵਿਸ਼ਾਲ ਪੁੱਛ ਰਹੇ ਸੀਗੇ ਕਿ ਬੱਚਿਆਂ ਨੂੰ ਹਲੇ ਬੱਚਿਆਂ ਵਾਸਤੇ ਹਲੇ ਕੋਈ ਸਟੱਡੀ 18 ਸਾਲ ਤੋਂ ਘੱਟ ਨਹੀਂ ਹੋਈ, ਤਾਂ ਬੱਚਿਆਂ ਵਾਸਤੇ ਵੈਕਸੀਨੇਸ਼ਨ ਐਟ ਪ੍ਰੈਜੈਂਟ ਇਟ ਇਜ਼ ਨਾਟ ਐਡਵਾਈਜ਼ੇਬਲ ਐਂਡ ਇਟ ਇਜ਼ ਨਾਟ ਅਵੇਲੇਬਲ ਫॉर दैट। ਹਾਂ, ਕੁਛ USA ਤੇ UK ਦੇ ਵਿੱਚ ਕੁਛ ਸਟੱਡੀਜ਼ ਹਲੇ ਸ਼ੁਰੂ ਹੋਈਆਂ ਨੇ, ਜਿੰਨੀ ਦੇਰ ਤੱਕ ਉਹਦੇ ਰਿਜ਼ਲਟ ਨਹੀਂ ਆਉਂਦੇ ਅਸੀਂ ਉਹਨਾਂ ਨੂੰ ਐਡਵਾਈਜ਼ ਨਹੀਂ ਕਰਦੇ ਕਿ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ। ਤੀਸਰੀ ਚੀਜ਼ ਹੈ ਕਿ ਪ੍ਰੈਗਨੈਂਸੀ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਹੈ ਉਹ ਨਹੀਂ ਕਰਾਉਣੀ ਚਾਹੀਦੀ, ਕਿਉਂਕਿ ਉਹਦੇ ਸਕਸੈਸ ਬਾਰੇ ਹਲੇ ਕਿਸੇ ਨੂੰ ਨਹੀਂ ਪਤਾ। ਬਾਕੀ ਜਿੰਨੇ ਵੀ ਹੁਣ ਅਸੀਂ ਤੁਹਾਡੇ ਨਾਲ ਡਿਸਕਸ ਕੀਤੀਆਂ ਦੋਸਤੋ, ਬਾਕੀ ਜਿੰਨੇ ਲੋਕ ਤੁਸੀਂ ਦੇਖ ਰਹੇ ਹੋ ਜਾਂ ਜਿੰਨੇ ਲੋਕ ਇਹਨੂੰ ਸ਼ੇਅਰ ਕਰਨਗੇ, ਇਸ ਚੀਜ਼ ਨੂੰ ਮਲਟੀਪਲਾਈ ਕਰਕੇ ਪ੍ਰੋਪੇਗੇਟ ਕਰੋ। ਇਹ ਪੁੰਨ ਦਾ ਕੰਮ ਹੈ, ਕਿਉਂਕਿ ਜਿਸ ਤਰ੍ਹਾਂ ਆਪਾਂ ਸੈਕਿੰਡ ਵੇਵ ਦੇ ਵਿੱਚ ਆਏ ਹਾਂ, ਇਸ ਨੂੰ ਚੇਨ ਬ੍ਰੇਕ ਕਰਨ ਵਾਸਤੇ ਦੋ ਹਥਿਆਰ ਮਾਸਕ ਤੇ ਵੈਕਸੀਨ ਜੇ ਆਪਾਂ ਨਹੀਂ ਫੈਲਾਵਾਂਗੇ ਤਾਂ ਦੇਖੋ ਫਿਰ ਆਪਾਂ ਲੋਕਡਾਊਨ ਵੱਲ ਹੀ ਚਲੇ ਜਾਵਾਂਗੇ। ਸ਼ਵਿੰਦਰਪਾਲ ਸਿੰਘ ਜੀ ਨੇ ਪੁੱਛਿਆ ਕਿ ਉਹਨਾਂ ਦੀ ਬੇਟੀ ਨੂੰ ਜਿਹੜਾ ਹੈਗਾ ਕਿ ਜੇ ਕਿਸੇ ਨੂੰ ਟੂਬਰਕਲੋਸਿਸ ਹੈ ਤੇ ਉਹਨਾਂ ਨੂੰ ਵੈਕਸੀਨੇਸ਼ਨ ਡੈਫੀਨੇਟਲੀ ਇਹਨਾਂ ਨੂੰ ਵੈਕਸੀਨੇਸ਼ਨ ਲੱਗ ਸਕਦੀ ਹੈ। ਸੋ ਟੂਬਰਕਲੋਸਿਸ ਜੇ ਲੰਗ ਪੁਰਾਣਾ ਹੋਵੇ, ਫੇਫੜਿਆਂ ਦੀ TB ਹੋਵੇ, ਜਿਹੜੀ ਵੀ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਫੇਫੜੇ ਖਰਾਬ ਹੈ, ਉਹਨਾਂ ਨੂੰ ਤਾਂ ਬਹੁਤ ਜਲਦੀ ਲਗਵਾਉਣੀ ਚਾਹੀਦੀ ਹੈ, ਕਿਉਂਕਿ ਜੇ ਇਹੋ ਜਿਹੇ ਮਰੀਜ਼ਾਂ ਨੂੰ ਕੋਵੈਕਸ ਜਿਹੜਾ ਹੋ ਗਿਆ, ਕੋਵਿਡ ਹੋ ਗਿਆ, ਨਿਮੋਨੀਆ, ਤੇ ਉਹ ਉਹਨਾਂ ਵਾਸਤੇ ਜਾਨਲੇਵਾ ਹੋ ਸਕਦਾ ਹੈ। ਅਬਡੋਮੀਨਲ ਟੂਬਰਕਲੋਸਿਸ ਜੇ ਕਿਸੇ ਨੂੰ ਹੈ, ਉਹ ਕੋਈ ਵੀ ਕੰਟਰਾਇੰਡੀਕੇਸ਼ਨ ਨਹੀਂ ਹੈ ਵੈਕਸੀਨ ਲਗਵਾਉਣ ਵਾਸਤੇ।
ਡਾਕਟਰ ਮਹਾਜਨ ਤੁਸੀਂ ਕਿਹੜੀਆਂ ਚੀਜ਼ਾਂ ਨੇ ਜਦੋਂ ਨਹੀਂ ਲਗਾਉਣੀ ਚਾਹੀਦੀ? ਕੁਝ ਕਹਿੰਦੇ ਨੇ ਕਿ ਜੇ ਬੁਖਾਰ ਹੋਵੇ ਜਾਂ ਤੁਹਾਨੂੰ ਕਿਸੇ ਨੂੰ ਐਕਸਪੋਜ਼ਰ ਹੋਇਆ ਹੋਵੇ ਫੈਮਿਲੀ ਦੇ ਵਿੱਚ, ਉਦੋਂ ਵੇਟ ਕਰਨੀ, ਕਿੰਨੀ ਦੇਰ ਵੇਟ ਕਰਨੀ ਚਾਹੀਦੀ ਹੈ? ਸਰ, ਜਿਸ ਤਰ੍ਹਾਂ ਕਿ ਇਹ ਕਿਹਾ ਜਾਂਦਾ ਕਿ ਜੇ ਕਿਸੇ ਨੂੰ ਵੈਕਸੀਨ ਦਾ ਇੱਕ ਸਾਈਡ ਇਫੈਕਟ ਹੈ ਕਿ ਕਿਸੇ ਨੂੰ ਜਿਹੜਾ ਅਗਲੇ 24 ਘੰਟਿਆਂ 'ਚ ਬੁਖਾਰ ਹੋ ਸਕਦਾ ਹੈ। ਸੋ ਜੇ ਕਿਸੇ ਨੂੰ ਪਹਿਲਾਂ ਹੀ ਬੁਖਾਰ ਚੱਲ ਰਿਹਾ, ਸਾਨੂੰ ਉਹਦਾ ਕਾਰਨ ਜ਼ਰੂਰ ਲੱਭਣਾ ਚਾਹੀਦਾ। ਜੇ ਕਿਸੇ ਨੂੰ ਐਕਸਪੋਜ਼ਰ ਹੋਏਦਾ, ਸੋ ਜਿਹੜਾ ਅਸੀਂ ਕਹਿੰਦੇ ਹਾਂ ਕਿ ਅਗਲੇ 4-5 ਦਿਨ ਦੇ ਵਿੱਚ ਕਲੀਅਰ ਹੋ ਜਾਂਦਾ ਹੈ ਕਿ ਉਹ ਬੰਦੇ ਨੂੰ ਪਹਿਲਾਂ ਹੀ ਕੋਵਿਡ ਹੋਇਆ ਕਿ ਨਹੀਂ ਹੋਇਆ। ਜੇ ਕੋਵਿਡ ਨਹੀਂ ਹੈ, ਨੈਗੇਟਿਵ ਹੈ, ਉਸ ਬੰਦੇ ਨੂੰ ਉਸੇ ਟਾਈਮ ਆਪਣੀ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਹੈ। ਕਿਉਂਕਿ ਜੇ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਅਸੀਂ ਕੋਈ ਵੀ ਜਿਹੜਾ ਸਾਡੇ ਕੋਲ ਬੁਖਾਰ ਆਉਂਦਾ ਹੈ, ਸਰੀਰ ਦੁਖਦਾ ਹੈ, ਖਾਂਸੀ ਜ਼ੁਕਾਮ ਹੈ, ਸੋ ਉਸ ਬੰਦੇ ਨੂੰ ਉਸ ਟਾਈਮ ਕੋਵਿਡ ਵੀ ਹੋ ਸਕਦਾ ਹੈ। ਸਾਡੇ ਕੋਲ ਕਾਫੀ ਮਰੀਜ਼ ਆਏ ਹੈ, ਈਵਨ ਕੱਲ੍ਹ ਵੀ ਮੇਰੇ ਕੋਲ ਇੱਕ ਮਰੀਜ਼ ਸਾਡਾ ਕੋਲ ਦਾਖਲ ਹੋਇਆ ਜਿਹਨੇ ਕਿ ਹਫ਼ਤਾ ਪਹਿਲਾਂ ਵੈਕਸੀਨ ਲਗਵਾਈ, ਪਰ ਉਹਨਾਂ ਦੇ ਘਰ 'ਚ ਇੱਕ ਮੈਂਬਰ ਨੂੰ ਪਹਿਲਾਂ ਕੋਵਿਡ ਹੋਇਆ ਸੀਗਾ। ਸੋ ਪ੍ਰੋਬੇਬਲੀ ਉਹਨੂੰ ਵੈਕਸੀਨ ਦੇ ਨਾਲ ਲੋਕਾਂ ਨੂੰ ਫਿਰ ਭਾਂਤੀ ਹੋ ਜਾਂਦੀ ਹੈ, ਗਲਤਫਹਿਮੀ ਹੋ ਜਾਂਦੀ ਕਿ ਕੋਵਿਡ ਦਾ ਵੈਕਸੀਨ ਲਗਵਾਇਆ ਅਤੇ ਤਾਂ ਕਰਕੇ ਸਾਨੂੰ ਇਹ ਕੋਵਿਡ ਹੋ ਗਿਆ। ਸੋ ਉਹਨਾਂ ਨੂੰ ਐਕਸਪੋਜ਼ਰ ਪਹਿਲਾਂ ਹੀ ਹੋਇਆ ਹੁੰਦਾ ਹੈ ਅਤੇ ਉਸ ਟਾਈਮ 'ਤੇ ਉਹਨਾਂ ਨੂੰ ਜੇ ਕਿਸੇ ਨੂੰ ਐਕਸਪੋਜ਼ਰ ਹੈ, ਉਹਨੂੰ ਡੈਫੀਨੇਟਲੀ ਹਫ਼ਤਾ ਅਵੋਇਡ ਕਰਨਾ ਚਾਹੀਦਾ। ਜੇ ਕੋਵਿਡ ਨੈਗੇਟਿਵ ਹੈ ਤਾਂ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ। ਸੋ 2 ਪੁਆਇੰਟ ਬੜੇ ਕਲੀਅਰ ਹੋਣੇ ਚਾਹੀਦੇ ਆ ਕਿ ਜੇ ਫੈਮਿਲੀ ਦੇ ਵਿੱਚ ਕਿਸੇ ਨੂੰ ਕੋਵਿਡ ਵਿਦਿਨ 7 ਡੇਜ਼ ਜਾਂ 5 ਡੇਜ਼ ਹੋਇਆ, ਉਹਨਾਂ ਨੂੰ ਹਲੇ ਆਪਣੀ ਵੈਕਸੀਨੇਸ਼ਨ ਵਾਸਤੇ ਜਾਣਾ ਨਹੀਂ ਚਾਹੀਦਾ, ਉਹਨਾਂ ਨੂੰ ਥੋੜ੍ਹੇ ਜਿਹੇ ਦਿਨ ਵੇਟ ਕਰਨੀ ਚਾਹੀਦੀ ਹੈ। ਦੂਸਰਾ ਹੈਗਾ ਕਿ ਜੇ ਕਿਸੇ ਨੂੰ ਅੱਜ ਤੋਂ 4 ਹਫ਼ਤੇ ਪਹਿਲਾਂ ਕੋਵਿਡ ਹੋ ਚੁੱਕਿਆ, ਉਹ ਕਹਿੰਦਾ ਮੈਂ ਲਗਾਵਾਂ ਕਿ ਨਹੀਂ ਲਗਾਵਾਂ, ਜੋ ਪੇਸ਼ੈਂਟ ਐਲਡਰਲੀ ਹੈ, ਕੋਮੋਰਬਿਡਿਟੀ ਹੈ, 45 ਤੋਂ ਹੈ, ਤਾਂ ਉਹਨਾਂ ਨੂੰ ਡੈਫੀਨੇਟਲੀ ਫਾਇਦਾ ਹੋਏਗਾ। ਕਿਉਂਕਿ ਇਹ ਵੀ ਪਾਇਆ ਗਿਆ ਕਿ ਜਿਨ੍ਹਾਂ ਨੂੰ ਕੋਵਿਡ ਹੋਇਆ ਉਹਨਾਂ ਨੂੰ ਦੁਬਾਰਾ ਵੀ ਕੋਵਿਡ ਹੋ ਸਕਦਾ ਹੈ, ਕੋਈ ਗਰੰਟੀ ਨਹੀਂ ਹੈ। ਪਰੰਤੂ ਜੇ ਤੁਸੀਂ ਵੈਕਸੀਨ ਲਗਾਇਆ ਤਾਂ ਤੁਹਾਨੂੰ ਜਿਹੜੀ ਕੋਵਿਡ ਮੰਨ ਲਓ ਤੀਸਰੀ ਵਾਰ ਜਾਂ ਦੂਸਰੀ ਵਾਰ ਵੀ ਹੋਵੇ ਤਾਂ ਉਹਦੀ ਸਵੈਰਿਟੀ ਬਹੁਤ ਹੀ ਮਿਨੀਮਮ ਹੋਊਗੀ, ਕਿਸੇ ਨੂੰ ਜ਼ਰੂਰਤ ਉਹਦੀ ਟੈਨਸ਼ਨ ਨਹੀਂ ਹੋਏਗੀ। एक और चीज़ लोग पूछ रहे हैं कि भैया जो वायरस रोज़ अखबार में आता है कि जी स्ट्रेन चेंज होगी, कोई नवा स्ट्रेन हो गया, सानू नई वैक्सीन लगानी पेगी, ਇਹਦਾ ਫਾਇਦਾ ਕੀ, ਇਹ ਤਾਂ ਵਾਇਰਸ ਚੇਂਜ ਹੁੰਦੇ ਰਹਿੰਦੇ ਨੇ। ਪਰ ਇਹ ਜਿਹੜੀ ਮਿਊਟੇਸ਼ਨ ਹੈਗੀ ਹੈ, ਇਹ ਕੁਝ ਪੁਆਇੰਟ ਮਿਊਟੇਸ਼ਨ ਹੈ ਜੋ ਹੋਈ ਹੈ ਇੱਕ ਅੱਧੇ ਵਾਇਰਸ ਨੂੰ ਛੱਡ ਕੇ, ਜਿੱਦਾਂ ਬ੍ਰਾਜ਼ੀਲ ਦਾ ਵਾਇਰਸ ਹੈਗਾ ਜਾਂ ਇੰਗਲੈਂਡ ਦੇ 1-2 ਵਾਇਰਸ ਹੈਗੇ ਨੇ। ਪਰ ਜਿਹੜੀ ਕੋਵੈਕਸਿਨ ਹੈਗੀ ਹੈ ਉਹ ਕਿਉਂਕਿ ਡੈਡ ਵਾਇਰਸ ਹੈ, ਜਿੱਦਾਂ ਡਾਕਟਰ ਮਹਾਜਨ ਨੇ ਦੱਸਿਆ, ਉਹਦਾ ਜਿਹੜਾ ਮੂਲ ਮੋਰਫੋਲੋਜੀ ਹੈਗੀ ਉਹ ਸੇਮ ਹੈਗੀ ਹੈ ਅਤੇ ਇਹ ਜਿੰਨੀਆਂ ਵੀ ਮਿਊਟੇਸ਼ਨ ਨੇ ਜ਼ਿਆਦਾ ਚਾਂਸ ਇਹ ਹੈ ਕਿ ਇਹ ਇਹਦੇ ਵਿੱਚ ਇਫੈਕਟਿਵ ਹੋਏਗੀ। ਸੋ ਵਨ ਸ਼ੁੱਡ ਗੋ, ਡੋਂਟ ਅਫਰੇਡ ਫਰੋਮ ਮਿਊਟੇਸ਼ਨ। ਹੋਏਗੀ ਕਿ ਨਹੀਂ ਹੋਏਗੀ ਉਹ ਤਾਂ ਬਾਅਦ ਦੀ ਗੱਲ ਹੈ, ਬਹੁਤ ਜੋ ਚੀਜ਼ ਅੱਜ ਕੱਲ੍ਹ ਚੱਲ ਰਹੀ ਹੈ ਉਹ ਤੋਂ ਬਚਣ ਲਈ ਤਾਂ ਪਲੀਜ਼ ਤੁਸੀਂ ਲਗਵਾਓ। ਇੱਕ ਚੀਜ਼ ਜਿਹੜੀ ਮੈਂ ਹੋਰ ਇਸ ਚੀਜ਼ 'ਚ ਕਹਿਣਾ ਚਾਹਾਂਗਾ, ਜਿਹੜੀ ਸਰ ਨੇ ਕਹੀ ਹੈ, ਇੱਕ ਹੈ ਪਹਿਲਾਂ ਇੱਕ ਕੁਐਸਚਨ ਅਸੀਂ ਲਵਾਂਗੇ। ਸੋਨੂ ਗਾਂਧੀ ਜੀ ਪੁੱਛ ਰਹੇ ਕਿ ਉਹਨਾਂ ਦਾ ਕੋਲੈਸਟਰੋਲ ਲੈਵਲ ਅਤੇ ਟ੍ਰਾਈਗਲਿਸਰਾਈਡ ਹਾਈ ਹੈ ਅਤੇ ਉਹਨਾਂ ਨੇ ਇੱਕ ਵੈਕਸੀਨ ਦਾ ਸ਼ਾਟ ਲਗਵਾ ਰਿਹਾ। ਦੇਖੋ, ਵੈਕਸੀਨ ਦੇ ਸ਼ਾਟ ਦੇ ਨਾਲ ਕੋਲੈਸਟਰੋਲ ਲਿਪਿਡ ਪ੍ਰੋਫਾਈਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹਦੇ ਵਾਸਤੇ ਜਿਹੜਾ ਕਿ ਤੁਹਾਨੂੰ ਆਮ ਹੈਗਾ ਕਿ ਜੇ ਕਿਸੇ ਨੂੰ ਕੋਈ ਰਿਸਕ ਫੈਕਟਰ ਹੈ ਅਤੇ ਕੋਲੈਸਟਰੋਲ ਜ਼ਿਆਦਾ ਹੈ, ਉਹਦੇ ਵਾਸਤੇ ਤੁਹਾਨੂੰ ਕੋਲੈਸਟਰੋਲ ਵਾਸਤੇ ਆਪਣੀਆਂ ਦਵਾਈਆਂ ਲੈਣੀਆਂ ਪੈਣਗੀਆਂ ਅਤੇ ਜੇ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਟਰੀਟ ਕਰਨਾ ਪਏਗਾ। ਸੋ ਤੁਸੀਂ ਆਪਣਾ ਜਿਹੜਾ ਇੱਕ ਇਹ ਬਹੁਤ ਵਧੀਆ ਗੱਲ ਹੈ, ਤੁਸੀਂ ਇੱਕ ਸ਼ਾਟ ਵੈਕਸੀਨ ਦਾ ਲਗਵਾ ਲਿਆ ਅਤੇ ਤੁਸੀਂ ਆਪਣਾ ਜਿਹੜਾ 28ਵੇਂ ਦਿਨ ਆਪਣਾ ਦੂਸਰਾ ਸ਼ਾਟ ਜ਼ਰੂਰ ਲਗਵਾ ਲਓ ਵੈਕਸੀਨ ਦਾ। ਡਾਕਟਰ ਕਿਰਨ। ਇੱਕ ਸਵਾਲ ਹੈਰੀ ਸ਼ਰਮਾ ਜੀ ਤੋਂ ਆਇਆ ਹੈਗਾ ਕਿ ਕੀ ਪ੍ਰੀ ਰਜਿਸਟ੍ਰੇਸ਼ਨ ਮੈਂਡੇਟਰੀ ਹੈ ਜਾਂ ਉੱਥੇ ਜਾ ਕੇ ਤੁਸੀਂ ਔਨ ਸਪੌਟ ਰਜਿਸਟ੍ਰੇਸ਼ਨ ਕਰਾ ਸਕਦੇ ਹੋ? ਪ੍ਰੀ ਰਜਿਸਟ੍ਰੇਸ਼ਨ ਮੈਂਡੇਟਰੀ ਨਹੀਂ ਹੈ, ਪਰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਪ੍ਰੀ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੈਗੇ ਹੋ ਅਤੇ ਉੱਥੇ ਜਾ ਕੇ ਜਿਸ ਤਰ੍ਹਾਂ ਹੀ ਸਾਡੇ ਕੋਵਿਡ ਵੈਕਸੀਨ ਸੈਂਟਰ 'ਤੇ ਜਾਓਗੇ ਤਾਂ ਸਾਡੀ ਉੱਥੇ ਟੀਮ ਬੈਠੀ ਹੁੰਦੀ ਹੈ, ਉਹ ਤੁਹਾਨੂੰ ਉਸੇ ਟਾਈਮ ਰਜਿਸਟਰ ਕਰ ਦੇਣਗੇ ਅਤੇ ਇਹਦੇ ਵਿੱਚ ਕੋਈ ਔਖਿਆਈ ਨਹੀਂ ਹੈਗੀ ਹੈ। ਜਿਸ ਤਰ੍ਹਾਂ ਵੀ ਤੁਹਾਨੂੰ ਸੂਟੇਬਲ ਲੱਗਦਾ ਹੈਗਾ, ਤੁਸੀਂ ਪਲੀਜ਼ ਕਾਈਂਡਲੀ ਸਾਡੇ ਕੋਵਿਡ ਵੈਕਸੀਨ ਸੈਂਟਰਸ 'ਤੇ ਵਿਜ਼ਿਟ ਕਰੋ, ਆਪਣੇ ਆਪ ਨੂੰ ਵੈਕਸੀਨੇਸ਼ਨ ਕਰਵਾਓ, ਇਹ ਟੋਟਲੀ ਸੁਰੱਖਿਅਤ ਹੈ। ਅੱਜ ਦਾ ਸਾਡਾ ਇਹੀ ਮੈਸੇਜ ਹੈ ਕਿ ਕਾਈਂਡਲੀ ਪਲੀਜ਼ ਵੇਅਰ ਮਾਸਕ ਐਂਡ ਗੈਟ ਯੋਰਸੈਲਫ ਵੈਕਸੀਨੇਟਿਡ। ਡਾਕਟਰ ਬਿਸ਼ਮੋਹਨ, ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਹਾਂ ਕਿ ਕਾਫੀ ਦੇਖਣ 'ਚ ਆਇਆ ਕਿ ਲੋਕ ਜਿਹੜੇ ਹੈਗੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਕਿਹੜੇ ਸਿੰਪਟਮ ਨੂੰ ਲੈ ਕੇ ਉਹਨਾਂ ਨੇ ਸਮਝਣਾ ਹੈ ਕਿ ਸਾਨੂੰ ਕੋਵਿਡ ਹੋ ਸਕਦਾ ਹੈ ਔਰ ਉਹਨਾਂ ਨੇ ਕਦੋਂ ਹਸਪੀਟਲ ਪਹੁੰਚਣਾ ਹੈ। ਇਹ ਕਾਫੀ ਕਨਫਿਊਜ਼ਨ ਰਹਿੰਦਾ, ਜਿਹਦੇ ਕਰਕੇ ਲੋਕ ਕਾਫੀ ਲੇਟ ਹੋ ਜਾਂਦੇ ਆ ਔਰ ਉਹਦੇ ਕਰਕੇ ਉਹਨਾਂ ਦੀ ਜਿਹੜੀ ਆ ਸਿਚੁਏਸ਼ਨ ਸੀਰੀਅਸ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਕਾਫੀ ਟਾਈਮ ਲੱਗਦਾ ਰਿਕਵਰ ਹੋਣ 'ਚ। ਇਹਦੇ 'ਤੇ ਥੋੜ੍ਹਾ ਚਾਨਣਾ ਪਾਓ ਜੀ। ਸਰ ਦੇਖੋ, ਇਹਦੇ ਵਿੱਚ ਜਿਹੜੇ ਪੇਸ਼ੈਂਟਾਂ ਨੂੰ ਖਾਂਸੀ ਬੁਖਾਰ ਹੈ, ਖਾਂਸੀ ਹੈ, ਗਲਾ ਖਰਾਬ ਹੈ
ਤੇ ਅੱਜ ਕੱਲ੍ਹ ਜਿੱਦਾਂ ਕਿਉਂਕਿ ਜ਼ਿਆਦਾਤਰ ਕੋਵਿਡ ਜ਼ਿਆਦਾ ਵਾਇਰਸ ਫੈਲਿਆ ਹੋਇਆ ਤੇ ਕਿਉਂਕਿ ਇਹਦੀ ਲਾਗ ਜ਼ਿਆਦਾ ਇਸ ਕਰਕੇ ਹਮੇਸ਼ਾ ਇਹਦੇ ਵਾਸਤੇ ਟੈਸਟਿੰਗ ਕਰਾਓ। ਟੈਸਟਿੰਗ ਵਾਸਤੇ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਕਿ ਟੈਸਟਿੰਗ ਇੰਨੀ ਈਜ਼ੀ ਹੋ ਗਈ ਹੈ ਵੀ ਤੁਸੀਂ ਕਿਤੇ ਵੀ ਵਾਕ ਇਨ ਕਰ ਸਕਦੇ ਹੋ, ਪ੍ਰਾਈਵੇਟ 'ਚ ਗੌਰਮੈਂਟ 'ਚ ਥੋੜਾ ਸਿੰਪਲੀ ਹੈ, ਕਈ ਜਗ੍ਹਾ 'ਤੇ ਤਾਂ ਬਿਲਕੁਲ ਫ੍ਰੀ ਹੈ ਔਰ ਪ੍ਰਾਈਵੇਟ 'ਚ ਵੀ ਇਹਦੀ ਬਹੁਤ ਕੋਸਟ ਹੈ। ਤੁਸੀਂ ਆਪਣਾ PCR ਟੈਸਟ ਕਰਵਾਓ, PCR ਟੈਸਟ ਕਰਾ ਕੇ ਉਹਦੀ ਰਿਪੋਰਟ ਆ ਜਾਏਗੀ ਔਰ ਜੇ ਤੁਹਾਨੂੰ ਕੋਵਿਡ ਹੈ ਤਾਂ ਸਿਹਤ ਵਿਭਾਗ ਵੱਲੋਂ ਵੀ ਤੁਹਾਨੂੰ ਉਹਦੇ ਵੱਲੋਂ ਇੰਟੀਮੇਸ਼ਨ ਮਿਲੇਗੀ, ਕਿੱਟ ਵੀ ਮਿਲੇਗੀ। ਤੇ ਪਰੰਤੂ ਜੇ ਤੁਸੀਂ ਹਾਈ ਰਿਸਕ ਹੋ, ਮੰਨ ਲਓ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਮੋਟਾਪਾ ਹੈ, ਜਾਂ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ ਕਿਸੇ ਬੰਦੇ ਨੂੰ, ਜਾਂ ਫੇਫੜਿਆਂ ਦੀ ਪ੍ਰੋਬਲਮ ਹੈ, ਜਾਂ 60 ਸਾਲ ਤੋਂ ਏਜ ਉੱਪਰ ਹੈਗੀ ਹੈ, ਇਹਦਾ ਮਤਲਬ ਇਹ ਕੋਵਿਡ ਦੇ ਪੇਸ਼ੈਂਟ ਤਾਂ ਹੈਗੇ ਨੇ ਪਰ ਇਹ ਹਾਈ ਰਿਸਕ ਕੋਵਿਡ ਦੇ ਪੇਸ਼ੈਂਟ ਹੈ। ਇਹਨਾਂ ਲੋਕਾਂ ਨੂੰ ਆਪਣਾ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ। ਇਹਨਾਂ ਨੂੰ ਇੱਕ ਵਾਰੀ ਜੋ ਵੀ ਫਲੂ ਕਾਰਨਰ ਜਗ੍ਹਾ ਜਗ੍ਹਾ 'ਤੇ ਬਣੇ ਹੋਏ ਨੇ ਉੱਥੇ ਡਾਕਟਰ ਤੈਨਾਤ ਰਹਿੰਦੇ ਨੇ, ਉਹਨਾਂ ਨੂੰ ਇੱਕ ਵਾਰ ਆਪਣਾ ਜ਼ਰੂਰ ਜਾ ਕੇ ਦਿਖਾਓ। ਉਹ ਤੁਹਾਨੂੰ ਇੱਕ ਪ੍ਰਸਕ੍ਰਿਪਸ਼ਨ ਦੇ ਦੇਣਗੇ। 85-90% ਲੋਕਾਂ ਨੂੰ ਹੌਸਪੀਟਲਾਈਜੇਸ਼ਨ ਦੀ ਲੋੜ ਨਹੀਂ ਪਏਗੀ, ਉਹਨਾਂ ਨੂੰ ਹੋਮ ਆਈਸੋਲੇਸ਼ਨ ਅਲਾਓ ਹੋ ਜਾਏਗਾ। ਤੇ ਜਿਹੜੇ ਵਾਰਨਿੰਗ ਸਿਗਨਲ ਹੈ ਉਹ ਤੁਹਾਨੂੰ ਦੱਸ ਦਿੱਤੇ ਜਾਣਗੇ। ਉਹ ਵਾਰਨਿੰਗ ਸਿਗਨਲ ਦੇ ਵਿੱਚ ਹੈ ਕਿ ਜਿਹੜੀ ਸੈਚੂਰੇਸ਼ਨ ਹੈ, ਜੇ ਤੁਹਾਡੀ ਸੈਚੂਰੇਸ਼ਨ 94 ਕਰੇ ਜਾ ਕੇ 94 ਤੋਂ ਘੱਟ ਜਾਂਦੀ ਹੈ ਤਾਂ ਤੁਹਾਨੂੰ ਦਾਖਲ ਦੀ ਲੋੜ ਹੈ। ਜਾਂ ਚੱਲਣ ਫਿਰਨ ਤੋਂ ਬਾਅਦ ਜਾਂ ਥੋੜੀ ਐਕਸਰਸਾਈਜ਼ ਕਰਨ ਤੋਂ ਬਾਅਦ ਜਿਹੜਾ ਪਲਸ ਆਕਸੀਮੀਟਰ ਹੈ, ਜਿਹੜਾ ਤੁਸੀਂ ਵਿੱਚ ਵਾਲੀ ਫਿੰਗਰ ਤੇ ਲਗਾਉਣਾ ਹੈ ਤੇ ਉਹਦੀ ਮੀਟਰ ਰੀਡਿੰਗ ਪੜ੍ਹਨੀ ਹੈ 1 ਮਿੰਟ ਤੋਂ ਬਾਅਦ, ਜੋ ਸੈਚੂਰੇਸ਼ਨ ਤੁਹਾਡੀ 94 ਤੋਂ ਘੱਟ ਹੈ, ਫਿਰ ਤੁਸੀਂ ਆਪਣੇ ਜਿਹੜੇ ਵੀ ਡਾਕਟਰ ਨਾਲ ਪਹਿਲਾਂ ਰਾਬਤਾ ਕਾਇਮ ਰੱਖਿਆ ਸੀ ਉੱਥੇ ਜਾ ਕੇ ਤੁਸੀਂ ਹੌਸਪੀਟਲਾਈਜ਼ ਹੋ ਸਕਦੇ ਹੋ, ਕਿਉਂਕਿ ਉਦੋਂ ਤੁਹਾਨੂੰ ਹੌਸਪੀਟਲਾਈਜ਼ੇਸ਼ਨ ਦੀ ਲੋੜ ਹੈ। ਦੂਸਰੀ ਇੰਡੀਕੇਸ਼ਨ ਹੈ ਜੇ ਤੁਹਾਨੂੰ ਬਹੁਤ ਜ਼ਿਆਦਾ ਬੁਖਾਰ ਜ਼ਿਆਦਾ ਹੋ ਗਿਆ, 101 ਤੋਂ ਜ਼ਿਆਦਾ ਬੁਖਾਰ ਹੋ ਗਿਆ, ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਹੱਥ ਪੈਰ ਨੀਲੇ ਹੋਣਾ ਸ਼ੁਰੂ ਹੋ ਗਏ, ਜਾਂ ਕੁਝ ਸਮਝ ਨਹੀਂ ਆ ਰਿਹਾ, ਕੁਝ ਇਸ ਤਰ੍ਹਾਂ ਦੀ ਕਨਫਿਊਜ਼ਨ ਸ਼ੁਰੂ ਹੋ ਜਾਂਦੀ ਹੈ, ਪਿਸ਼ਾਬ ਘੱਟ ਆਉਣਾ ਸ਼ੁਰੂ ਹੋ ਜਾਂਦਾ, ਤਾਂ ਆਪਾਂ ਨੂੰ ਉਦੋਂ ਇਮੀਡੀਏਟਲੀ ਹੌਸਪੀਟਲਾਈਜੇਸ਼ਨ ਹੋਣਾ ਚਾਹੀਦਾ। ਇੱਕ ਸਵਾਲ ਇਸ ਲਈ ਪੁੱਛਿਆ ਗਿਆ ਤੁਹਾਨੂੰ ਦੱਸਣ ਵਾਸਤੇ ਕਿ ਜਦੋਂ ਲੋਕ ਉਸ ਨੂੰ ਵੇਟ ਕਰਦੇ ਨੇ, ਉਹ ਜਿਹੜਾ ਟਾਈਮ ਹੁੰਦਾ ਕਰੋਨਾ ਦੇ ਵਿੱਚ ਉਹਨੂੰ ਸਾਈਟੋਕਾਈਨ ਸਟ੍ਰੋਮ ਕਹਿੰਦੇ ਨੇ, ਜੇ ਉਹਨੂੰ ਅਸੀਂ 24 ਘੰਟਿਆਂ ਤੋਂ ਵੱਧ ਵੇਟ ਕਰਦੇ ਹਾਂ ਜਾਂ ਸੈਲਫ ਮੈਡੀਕੇਸ਼ਨ ਲੈ ਲੈਂਦੇ ਹਾਂ, ਜਦੋਂ ਸਾਨੂੰ ਵਾਰਨਿੰਗ ਸਿਗਨਲ ਆ ਜਾਂਦਾ ਤਾਂ ਬਿਮਾਰੀ ਜਿਹੜੀ ਪਹਿਲੀ ਸਟੇਜ 'ਤੇ ਹੁੰਦੀ ਹੈ ਉਹ ਚੌਥੀ ਸਟੇਜ 'ਤੇ ਪਹੁੰਚ ਜਾਂਦੀ ਹੈ। ਸੋ ਜੇ ਪਹਿਲੀ, ਦੂਸਰੀ, ਤੀਸਰੀ ਸਟੇਜ 'ਤੇ ਬਿਮਾਰੀ ਹੈ, ਉਹਦੇ ਵਿੱਚੋਂ 99% ਪੇਸ਼ੈਂਟ ਜਾਂ ਦਾਖਲ ਜਾਂ ਬਿਨਾਂ ਦਾਖਲ ਤੋਂ ਠੀਕ ਹੋ ਕੇ ਘਰ ਜਾਣਗੇ। ਪਰ ਜਦੋਂ ਚੌਥੀ ਸਟੇਜ 'ਤੇ ਬੰਦਾ ਆਪਣੀ ਗਲਤੀ ਜਾਂ ਮੈਂ ਕਹਿੰਦਾ ਅਣਗਹਿਲੀ ਦੇ ਕਰਕੇ ਲੇਟ ਹੁੰਦਾ ਹੈ ਜਾਂ ਜਗ੍ਹਾ ਜਗ੍ਹਾ ਚੱਕਰ ਲਗਾ ਕੇ ਸੈਲਫ ਮੈਡੀਕੇਸ਼ਨ ਕਰਦਾ ਹੈ, ਉਦੋਂ ਜਿਹੜੇ ਬਚਣ ਦੇ ਚਾਂਸਿਸ ਨੇ ਉਹ 50% ਰਹਿ ਜਾਂਦੇ ਨੇ। ਸੋ ਸਿਰਫ ਜਿਹੜੀ ਇਹਦੀ ਟਾਈਮਿੰਗ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹਰ ਇੱਕ ਬੰਦੇ ਨੂੰ ਦਾਖਲ ਦੀ ਲੋੜ ਨਹੀਂ, ਪਰ ਜੇ ਵਾਰਨਿੰਗ ਸਿਗਨਲ ਜਿਹੜੇ ਤੁਹਾਨੂੰ ਅਸੀਂ ਦੱਸੇ ਨੇ ਜੇ ਆਉਂਦੇ ਨੇ ਤਾਂ ਘਰੇ ਰਹਿਣ ਦੀ ਬਿਲਕੁਲ ਲੋੜ ਨਹੀਂ। ਜਿੰਨਾ ਛੇਤੀ ਆਓਗੇ ਓਨਾ ਛੇਤੀ ਠੀਕ ਠਾਕ ਹੋ ਕੇ ਘਰ ਜਾਓਗੇ। ਇੱਕ ਲਾਸਟ ਸਵਾਲ सागर सेठी साहब ने पूछा कि पोस्ट DVR, बिल्कुल सर, जैसे मैंने आपको पहले बताया, कोई भी हार्ट का पेशेंट, चाहे जमांदरू बीमारी है, चाहे हार्ट की बीमारी है, चाहे ब्लॉकेज है, बाईपास है, स्टेंट पिया होया है, ਜਾਂ ਵੈਲਵ ਬਦਲਿਆ ਹੋਇਆ ਹੈ, ਚਾਹੇ ਉਹ ਖੂਨ ਪਤਲੇ ਦੀ ਦਵਾਈ 1 ਲੈ ਰਿਹਾ ਚਾਹੇ 2 ਲੈ ਰਿਹਾ, ਉਸ ਬੰਦੇ ਵਾਸਤੇ ਵੈਕਸੀਨੇਸ਼ਨ ਜ਼ਰੂਰੀ ਹੈ ਤੇ ਕੋਈ ਵੀ ਦਵਾਈ ਬੰਦ ਕਰਨ ਦੀ ਲੋੜ ਨਹੀਂ ਹੈ। ਹਾਂ, ਜਿਨ੍ਹਾਂ ਨੇ ਖੂਨ ਪਤਲੇ ਦੀ ਦਵਾਈ ਬਹੁਤ ਜ਼ਿਆਦਾ ਲੈ ਰਹੇ ਨੇ ਉਹਨਾਂ ਨੇ ਸਿਰਫ ਕੀ ਕਰਨਾ ਹੈ, ਜਦੋਂ ਵੈਕਸੀਨੇਸ਼ਨ ਹੋ ਗਈ 1 ਮਿੰਟ ਜ਼ਿਆਦਾ ਪ੍ਰੈਸ ਕਰ ਲੈਣ, ਕਿਉਂਕਿ ਇੰਨੀ ਪਤਲੀ ਸੂਈ ਹੈ, ਇਹਦੇ ਨਾਲ ਸੋਜਾ ਜਾਂ ਹੀਮੇਟੋਮਾ ਆਉਣ ਦੇ ਚਾਂਸ ਬਹੁਤ ਹੀ ਜ਼ਿਆਦਾ ਰੇਅਰ ਹੈ। ਸੋ ਬੇਡ ਤੜਕ ਹੋ ਕੇ ਤੁਸੀਂ ਜਾਓ ਤੇ ਆਪਣੀ ਵੈਕਸੀਨੇਸ਼ਨ ਕਰਾਓ। ਤੇ ਹੁਣ ਅਸੀਂ ਸੰਜੀਵਨੀ ਗਰੁੱਪ ਵੱਲੋਂ ਤੁਹਾਡਾ ਸਭ ਦਾ ਧੰਨਵਾਦ ਕਰਦੇ ਹਾਂ। ਤੇ ਆਖਿਰ ਵਿੱਚ ਮੈਂ ਸਰ ਨੂੰ ਕਹਾਂਗਾ ਕਿ ਉਹ ਆਪਣੇ ਸ਼ਬਦ ਕਹਿਣ ਤੇ ਅਸੀਂ ਫਿਰ ਤੁਹਾਨੂੰ ਨੈਕਸਟ ਵੀਕ ਜਾਂ ਜਦੋਂ ਵੀ ਸਾਨੂੰ ਕਹਿਣਗੇ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਾਂਗੇ। ਬਹੁਤ ਬਹੁਤ ਧੰਨਵਾਦ ਸੰਜੀਵਨੀ ਗਰੁੱਪ ਵੱਲੋਂ ਜੋ ਸਾਡੇ ਕੋਲ ਡਾਕਟਰ ਆਏ ਨੇ, ਡਾਕਟਰ ਬਿਸ਼ਮ ਮੋਹਨ, ਡਾਕਟਰ ਰਜੇਸ਼ ਮਹਾਜਨ, ਡਾਕਟਰ ਮੈਰੀ ਜੌਨ ਔਰ ਸਾਡੇ ਸਿਵਲ ਸਰਜਨ ਆਫਿਸ ਵੱਲੋਂ ਡਾਕਟਰ ਕਿਰਨ ਜੋ ਕਿ ਸਾਡੇ ਨੋਡਲ ਆਫਿਸਰ ਨੇ ਕੋਵਿਡ ਦੇ ਲੁਧਿਆਣੇ ਦੇ। ਔਰ ਮੈਨੂੰ ਆਸ ਹੈ ਕਿ ਸਾਰੇ ਜਿਹੜੇ ਸਰੋਤੇ ਆ ਜਿਨ੍ਹਾਂ ਨੇ ਸੁਣਿਆ ਹੈਗਾ, ਇਹ ਜਿਹੜੀਆਂ ਸਾਨੂੰ ਟਿਪਸ ਦੱਸੇ ਨੇ ਡਾਕਟਰ ਸਾਹਿਬਾਨ ਨੇ, ਇਹ ਤੁਸੀਂ ਅੱਗੇ ਸਾਰੇ ਲੋਕਾਂ ਦੇ ਵਿੱਚ ਫੈਲਾਓਗੇ ਤਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਉਠਾ ਸਕਣ ਔਰ ਆਪਣਾ ਸਹੀ ਇਲਾਜ ਕਰਾ ਸਕਣ ਔਰ ਇਸ ਜਿਹੜੀ ਕੋਵਿਡ ਮਹਾਮਾਰੀ ਹੈ ਤੋਂ ਬਚ ਸਕਣ। ਔਰ ਆਖਿਰ ਵਿੱਚ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜੋ ਸਾਡੀ ਕੋਵਿਡ ਦੇ ਪ੍ਰਤੀ ਸਾਡੀ ਵੈਕਸੀਨੇਸ਼ਨ ਜੋ ਚੱਲ ਰਹੀ ਹੈ, ਉਹ ਵੈਕਸੀਨੇਸ਼ਨ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਤਾਂ ਕਿ ਆਪਣੇ ਆਪ ਨੂੰ ਇਹ ਤੋਂ ਬਚਾ ਸਕਣ ਔਰ ਉਹਦੇ ਨਾਲ ਜਿਹੜੀ ਹੈਗੀ ਆ ਉਹ ਚੇਨ ਨੂੰ ਬ੍ਰੇਕ ਵੀ ਕਰ ਸਕਣ ਔਰ ਆਪਣਾ ਪ੍ਰੀਵੈਂਸ਼ਨ ਇਜ਼ ਦਾ ਬੈਸਟ ਕਿਉਰ, ਉਹਨੂੰ ਧਿਆਨ 'ਚ ਰੱਖਦੇ ਹੋਏ ਪ੍ਰੀਵੈਂਸ਼ਨ ਵੀ ਕਰਨ, ਵੈਕਸੀਨੇਸ਼ਨ ਵੀ ਲੈਣ। ਔਰ ਜਿਹੜੀ ਸਰਕਾਰ ਵੱਲੋਂ ਹੁਣ ਜੋ ਕਿਉਂਕਿ ਇਹ ਜਿਹੜੀ ਵੇਵ ਹੈਗੀ ਹੈ ਕਾਫੀ ਤੇਜ਼ੀ ਨਾਲ ਆ ਰਹੀ ਹੈ, ਸਰਕਾਰ ਨੇ ਵੀ ਇਹਦਾ ਲੈ ਕੇ ਕਾਫੀ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਨੇ। ਰਾਤ ਨੂੰ ਜਿਹੜਾ ਆਪਣਾ ਕਰਫਿਊ ਸੀਗਾ ਉਹ 9 ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈਗਾ, ਉਹਦੀ ਵੀ ਪਾਲਣਾ ਕਰਨ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਓ। ਧੰਨਵਾਦ।